ਜਦੋਂ ਵੀ ਪੰਜਾਬ ਦੀ ਗੱਲ ਚੱਲਦੀ ਹੈ ਤਾਂ ਹੋਰ ਕੋਈ ਚਰਚਾ ਹੋਵੇ ਨਾ ਹੋਵੇ ਤਾਂ ਆਤੰਕਵਾਦ ਦੀ ਚਰਚਾ ਜ਼ਰੂਰ ਹੁੰਦੀ ਹੈ। ਰੈੱਡ ਕਾਰਡ ਕਤਲੇਆਮ ਹਿੰਦੂਆਂ ਦਾ ਸੁਣ ਕੇ ਸ਼ਾਇਦ ਤੁਸੀਂ ਸੋਚ ਵੀ ਰਹੋਗੇ ਵੀ ਇਹ ਗੱਲ ਕੀ ਹੋ ਰਹੀ ਹੈ ਕਿ ਪੰਜਾਬ ਦੇ ਵਿੱਚ ਵੀ ਇੱਕ ਜਾਂ ਦੋ ਨਹੀਂ 30,000 ਤੋਂ ਵੱਧ ਈਵਨ 35,000 ਦੇ ਕਰੀਬ ਕਹਿ ਲਓ ਹਿੰਦੂਆਂ ਦੇ ਕਤਲ ਹੋਏ ਸੀ। ਰੈੱਡ ਕਾਰਡ ਟਾਈਟਲ ਨੂੰ ਲੈ ਕੇ ਰੰਜੂ ਏਰੀ ਸੀਨੀਅਰ ਪੱਤਰਕਾਰ ਹੈਗੇ ਨੇ, ਉਹਨਾਂ ਨੇ ਕਿਤਾਬ ਵੀ ਲਿਖੀ ਹੈ। ਹਾਲਾਂਕਿ ਉਹਨਾਂ ਦਾ ਪੰਜਾਬ ਨਾਲ ਕੋਈ ਵਾਸਤਾ ਨਹੀਂ ਹੈ, ਇੱਕ ਹਿਮਾਚਲ ਤੋਂ ਬਿਲੋਂਗ ਕਰਦੇ ਨੇ ਉਹ। ਇਹ ਉਹ ਪੱਤਰਕਾਰ ਨੇ ਜਿਨ੍ਹਾਂ ਨੇ ਅੱਜ ਤੋਂ 20 ਸਾਲ ਪਹਿਲਾਂ 2 ਦਹਾਕੇ ਪਹਿਲਾਂ ਭਿੰਡਰਾਂ ਵਾਲਿਆਂ ਦੇ ਪਰਿਵਾਰ ਨਾਲ ਵੀ ਮੁਲਾਕਾਤ ਕੀਤੀ ਸੀ। ਪੰਜਾਬ ਨਾਲ ਤੁਹਾਡਾ ਕੋਈ ਵਾਸਤਾ ਹੀ ਨਹੀਂ ਹੈਗਾ, ਇਹ ਫੇਰ ਤੁਹਾਨੂੰ ਗੱਲ ਕਿੱਥੋਂ ਪਿੰਚ ਕਰ ਗਈ ਹਿੰਦੂਆਂ ਦਾ ਕਤਲੇਆਮ ਅੱਤਵਾਦ ਦੇ ਨਾਂ ਤੇ। दंगे कराने वाले तो दौड़ जाते हैं, भज जाते हैं, उन्होंने पता है कि गली चों निकलना है। मरदा तो इनोसेंट लोग है, लेकिन जिद्दां वो दिल्ली के दंगे गलत से उदों जिहड़ा पंजाब च हिंदुओं का जेनोसाइड होया वो गलत सीगा। किन्नी हिंदू विमेन गायब हुई या सुसाइड होए, एक किते कोई भी डॉक्यूमेंटेड है ही गायब इन द सेंस पता ही लगा किथे की मतलब कि रेप रूप कैसे तो मार दित्तियां गईयां, किथे गईयां, मारियां, गायब होईयां, कोई ले गया, नोबडी नोस। एक फैमिली तो ऐसी मिली कि अपना गुरदासपुर के कोल उन्हां दा पिंड सीगा, 10 कमरियां दा मकान रातों रात खाली करके आए, फिर उत्थे आके मंदिर च रह के भीख मंगी उन्हां लोगों। कश्मीर के हिंदू की गल करते हो कि उन्होंने तुसीं रिहैबिलिटेशन की भी स्कीमां लैके आते हो भी असीं वापस लैके जाने, पंजाब की तो गल ही नहीं करता कोई। वो कहते साडी जमीनां जायदादां तो वापस दिलाओ, असीं जाइए पंजाब च वापस। सिर्फ ये सी ये पग है ते दूजे फिरके ने उन्होंने मारते ये हिंदू है तां मार दो, यही वजह रही मारन दी। थानू पता है कि हिंदू बसां च या सैग्रीगेट करके मारे गए सी। ਇੱਥੇ ਜ਼ਹਿਨ 'ਚ ਸਵਾਲ ਆ ਰਿਹਾ ਕਿਉਂ? ਹਾਲਾਂਕਿ ਕਿਤੇ ਨਾ ਕਿਤੇ ਅੱਤਵਾਦ ਦੇ ਨਾਂ ਤੇ ਜਾਂ ਇਹਨਾਂ ਦੇ ਪੀੜਤਾਂ ਦੇ ਨਾਂ ਤੇ ਅੱਜ ਤੱਕ ਪੰਜਾਬ 'ਚ ਰਾਜਨੀਤੀ ਹੁੰਦੀ ਆ ਰਹੀ ਹੈ, ਫਿਰ ਵੀ ਕਿਉਂ ਨਹੀਂ ਜ਼ਿਕਰ ਹੋ ਪਾਇਆ? ਸਰਕਾਰੀ ਫਾਈਲਾਂ ਦੇ ਵਿੱਚ ਇਹ ਚੀਜ਼ਾਂ ਕਿਉਂ ਨਹੀਂ ਦਰਜ ਹੋ ਪਾਈਆਂ? ਕਿ ਤੁਸੀਂ ਸਿੱਖ ਲੈ ਲਓ, ਐਸਸੀ ਜੋੜ ਲਓ ਨਾਲ ਤੇ ਤੁਹਾਡਾ ਵੋਟ ਬੈਂਕ ਸਟਰੋਂਗ ਹੁੰਦਾ, ਫਿਰ ਹਿੰਦੂ ਦੀ ਗੱਲ ਕਿਉਂ ਕਰੇ? ਜਿਹੜੇ ਹਿੰਦੂ ਲੀਡਰ ਦੇ ਕਤਲ ਹੋਏ ਆ ਉਹਦੇ ਪਿੱਛੇ ਤੁਸੀਂ ਕੀ ਵਜ੍ਹਾ ਸਮਝਦੇ ਹੋ? ਸਰ ਵਜ੍ਹਾ ਜਿਹੜੇ ਵੀ ਹਿੰਦੂ ਦੀ ਆਵਾਜ਼ ਉਠਾਈ ਉਹ ਮਾਰਿਆ ਗਿਆ ਨਾ। ਕੀ ਸਮਝਦੇ ਤੁਸੀਂ ਅੱਜ ਵੀ ਇਹ ਕਲਚਰ ਜਿਹੜਾ ਚੱਲਦਾ ਪਿਆ ਕਿ ਪੰਜਾਬ 'ਚ ਹਿੰਦੂ ਨਹੀਂ ਉੱਠਣ ਦੇਣੇ, ਤਾਂ ਹੀ ਗੱਲ ਕਹਿ ਸਕਦੇ ਕਿ ਪੰਜਾਬ 'ਚ ਕੋਈ ਹਿੰਦੂ ਲੀਡਰ ਉੱਭਰ ਵੀ ਨਹੀਂ ਪਾਇਆ? ਕੁਝ ਤਾਕਤਾਂ ਐਸੀਆਂ, ਕੁਝ ਬਾਹਰ ਵੀ ਬੈਠੇ, ਤੁਹਾਨੂੰ ਵੀ ਪਤਾ ਹੈ ਕਿਹੜੀਆਂ, ਉਹ ਹਲੇ ਵੀ ਉਹਨਾਂ ਦੇ ਦਿਮਾਗ 'ਚੋਂ ਖਾਲਿਸਤਾਨ ਵਾਲਾ ਕੀੜਾ ਨਹੀਂ ਜਾ ਰਿਹਾ। ਮੁਲਕ ਦੇ ਅਸੀਂ ਨਾ ਕਰ ਲਈ, ਸਾਡੇ ਮੁਲਕ ਦਾ ਨਾਮ ਹੈ ਹਿੰਦੁਸਤਾਨ, ਹਿੰਦੂਆਂ ਦਾ ਸਥਾਨ, ਪਹਿਲੀ ਝਲਕ ਇਹ ਪੈਂਦੀ ਹੈ। ਤੇ ਅਜਿਹੇ ਮੁਲਕ ਦੇ ਵਿੱਚ ਵੀ ਜੇ ਕਹੋ ਤਾਂ ਜਿਸ ਧਰਮ ਨੂੰ ਕਿਹਾ ਜਾਂਦਾ ਹੈ ਕਿ ਜਿਸ ਦੀ ਸਭ ਤੋਂ ਜ਼ਿਆਦਾ ਆਬਾਦੀ ਹੈ, ਸਭ ਤੋਂ ਜ਼ਿਆਦਾ ਹੋਇਆ, ਉਹਨੂੰ ਅੱਜ ਹੈ ਖਤਰਾ। ਇਹ ਟੈਰਰਿਜ਼ਮ ਪੰਜਾਬ 'ਚ ਰਿਹਾ 10-12 ਸਾਲ, ਹਲੇ ਵੀ ਵਿੱਚ ਤੁਸੀਂ ਘਟਨਾ ਉਹ ਕਿਤੇ ਕਿਤੇ ਆਵਾਜ਼ਾਂ ਫਿਰ ਉੱਠਦੀਆਂ, ਖਾਲਿਸਤਾਨ ਜ਼ਿੰਦਾਬਾਦ। ਜਾਂ ਇੰਟੀਰੀਅਰ 'ਚ ਚਲੇ ਜਾਓ ਤਾਂ ਭਿੰਡਰਾਂ ਵਾਲੇ ਦੀ ਟੀ-ਸ਼ਰਟਸ ਵਿਕਦੀਆਂ, ਲੋਕ ਨੂੰ ਸੰਤ ਮੰਨ ਕੇ ਹਲੇ ਵੀ ਜੜ੍ਹਾਂ ਤਾਂ ਹੈਗੀਆਂ। ਭਿੰਡਰਾਂ ਵਾਲੇ ਦੇ ਪਰਿਵਾਰ ਨੂੰ ਤੁਸੀਂ ਮਿਲੇ ਹੈਗੇ ਹੋ, ਉਹਨਾਂ ਦੀ ਜਿਹੜੀ ਆਈਡੀਓਲੋਜੀ ਸੀ, ਕਿਉਂਕਿ ਤੁਸੀਂ ਹਿੰਦੂ ਫੈਮਲੀਆਂ ਨੂੰ ਵੀ ਮਿਲੇ, ਉਹਨਾਂ ਦੀ ਆਈਡੀਓਲੋਜੀ ਦਾ ਨਕਸ਼ਾ ਵਿਗੜ ਕੇ ਜਾਂ ਵਿਗਾੜ ਕੇ ਕੁਝ ਸ਼ਰਾਰਤੀ ਤੱਤਾਂ ਨੇ ਅੱਤਵਾਦ ਬਣਾ ਦਿੱਤਾ। ਤਾਂ ਉਹਦੀ ਆਈਡੀਓਲੋਜੀ ਨੂੰ ਕੋਈ ਵੀ ਸਹੀ ਨਹੀਂ ਕਹਿ ਸਕਦਾ। ਠੀਕ, ਉਹਦੀ ਆਈਡੀਓਲੋਜੀ ਸੀ ਕਿ ਸਿੱਖ ਸਟੇਟ ਟੀਡਾਬੰਦੀ 'ਚ ਤੁਸੀਂ ਹਿੰਦੂਆਂ ਨੂੰ ਉੱਥੋਂ ਦੌੜਾ ਦਿੰਦੇ। ਕੀ ਕਹਿ ਸਕਦੇ ਹੋ? ਇਹ ਇੱਕ ਦੇਸ਼ 'ਚ ਕਹਿ ਲਓ ਜਾਂ ਸੂਬੇ 'ਚ ਕਹਿ ਲਓ, ਅਮਨ ਕਾਨੂੰਨ ਦੇ ਹਾਲਾਤ ਖਰਾਬ ਕਰਨਾ ਸੀ। ਮਾਸ ਜੈਨੋਸਾਈਡ ਉਹਨਾਂ ਦਾ ਟਾਰਗੇਟ ਸੀ ਕਿ ਹਿੰਦੂ ਟਾਰਗੇਟ ਸੀ? ਮਾਸ ਜੈਨੋਸਾਈਡ ਨਹੀਂ ਸੀ, ਹਿੰਦੂ ਜੈਨੋਸਾਈਡ। ਉਹ ਤਾਂ ਤੁਹਾਨੂੰ ਪਤਾ ਹੀ, ਬੱਸਾਂ 'ਚੋਂ ਵੀ ਨਿਕਾਲੇ ਜਾਂਦੇ ਸੀ ਤਾਂ ਹਿੰਦੂ ਅਲੱਗ ਕਰਕੇ ਮਾਰੇ ਜਾਂਦੇ ਸੀ। ਸਤਿ ਸ਼੍ਰੀ ਅਕਾਲ, ਖਾਸ ਗੱਲ ਬਲਜੀਤ ਮਰਵਾਹਾ ਦੇ ਨਾਲ ਸ਼ੋਅ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਪੰਜਾਬ, ਜਦੋਂ ਵੀ ਪੰਜਾਬ ਦੀ ਗੱਲ ਚੱਲਦੀ ਹੈ ਤਾਂ ਹੋਰ ਕੋਈ ਚਰਚਾ ਹੋਵੇ ਨਾ ਹੋਵੇ ਤਾਂ ਆਤੰਕਵਾਦ ਦੀ ਚਰਚਾ ਜ਼ਰੂਰ ਹੁੰਦੀ ਹੈ। 84 ਤੇ ਜੇ ਆਪਾਂ ਪੰਜਾਬ ਦੇ ਵਿੱਚ ਰਾਜਨੀਤਿਕ ਦਲਾਂ ਦੀ ਗੱਲ ਕਰੀਏ, ਕਾਂਗਰਸ ਪਾਰਟੀ ਨੂੰ ਛੱਡ ਕੇ, ਈਵਨ ਕਿ ਆਪਣੇ ਦੇਸ਼ ਦੇ ਵਿੱਚ ਕਰੀਏ, ਉਹ ਸ਼੍ਰੋਮਣੀ ਅਕਾਲੀ ਦਲ ਹੋਵੇ, ਆਮ ਆਦਮੀ ਪਾਰਟੀ ਹੋਵੇ ਜਾਂ ਹੋਰ ਪਾਰਟੀਆਂ ਹੋਣ ਨੈਸ਼ਨਲ ਲੈਵਲ ਦੀਆਂ, ਭਾਵੇਂ ਉਹ ਪੰਜਾਬ ਦੇ ਅੰਦਰ ਨੇ ਪੰਜਾਬ ਤੋਂ ਬਾਹਰ ਨੇ, ਤਾਂ ਹਰ ਵਾਰ ਜਦੋਂ ਚੋਣਾਂ ਆਉਂਦੀਆਂ ਨੇ ਤਾਂ ਅੱਤਵਾਦ ਦਾ ਮੁੱਦਾ ਜ਼ਰੂਰ ਉੱਠਦਾ। ਅਤੇ ਜਦੋਂ ਅੱਤਵਾਦ ਦਾ ਮੁੱਦਾ ਉੱਠਦਾ ਤਾਂ ਸਿੱਖਾਂ ਨੂੰ ਹਮੇਸ਼ਾ ਕਹਿ ਲਓ ਵੀ ਆਪਾਂ ਕਹੀਏ ਵੀ ਉਹਨਾਂ ਨੂੰ ਦਰਦ ਭਰੀ ਨਿਗਾਹਾਂ ਨਾਲ ਦੇਖਿਆ ਜਾਂਦਾ, ਆਸ ਭਰੀ ਨਿਗਾਹਾਂ ਨਾਲ ਦੇਖਿਆ ਜਾਂਦਾ ਵੀ ਇਹਨਾਂ ਦਾ ਬਹੁਤ ਨੁਕਸਾਨ ਹੋਇਆ, ਮਾਨਸਿਕ, ਆਰਥਿਕ, ਸ਼ਾਰੀਰਿਕ ਹਰ ਤਰ੍ਹਾਂ ਨਾਲ ਸਿੱਖ ਕੌਮ ਨੂੰ
ਵਲੂੰਧਰ ਦਿੱਤਾ ਗਿਆ ਸੀਗਾ। ਹਾਲਾਂਕਿ ਜੇ ਆਪਾਂ ਆਪਣੇ ਸੂਬੇ ਦੇਸ਼ ਦੀ ਗੱਲ ਕਰ ਲਈਏ, ਸੈਕੂਲਰ ਕੰਟਰੀ ਦੀ ਗੱਲ ਕਰ ਲਈਏ, ਪੰਜਾਬ ਦੀ ਗੱਲ ਕਰ ਲਈਏ, ਤਾਂ ਉਹ ਧਰਮ ਨਿਰਪੱਖਤਾ ਦਾ ਦੇਸ਼ ਹੈਗੇ ਨੇ, ਜਿਹੜਾ ਸੰਦੇਸ਼ ਦਿੰਦੇ ਨੇ, ਜਿਹੜੇ ਸਾਡਾ ਦੇਸ਼ ਹੈਗਾ। ਪਰ ਕਿਤੇ ਨਾ ਕਿਤੇ ਧਰਮ ਅੱਡ ਵੀ ਨਜ਼ਰ ਆਉਂਦਾ ਹੈ। ਹਾਲਾਂਕਿ ਆਤੰਕਵਾਦ ਦਾ ਜੇ ਆਪਾਂ ਦੂਜਾ ਨਾਮ ਕਹੀਏ ਤਾਂ ਸਿੱਖ ਕਿਹਾ ਜਾਂਦਾ, ਪਰ ਇਹ ਪੰਜਾਬ ਦੇ ਵਿੱਚ ਵੀ ਇੱਕ ਤਰਾਸਦੀ ਸੀਗੀ। ਦੇਸ਼ 'ਚ ਹੋਈ ਹੋਵੇ ਤਾਂ ਉਹ ਵੀ ਕਿਤੇ ਨਾ ਕਿਤੇ ਘਟਨਾਵਾਂ ਹੋਣਗੀਆਂ। ਪੰਜਾਬ 'ਚ ਇੱਕ ਤਰਾਸਦੀ ਸੀ ਕਿ ਸਿਰਫ ਤੇ ਸਿਰਫ ਸਿੱਖਾਂ ਦਾ ਨਹੀਂ, ਹਿੰਦੂਆਂ ਦਾ ਵੀ ਕਤਲੇਆਮ ਜਿਹੜਾ ਅੱਤਵਾਦ ਦੇ ਦਿਨਾਂ ਦੇ ਵਿੱਚ ਹੋਇਆ। ਔਰ ਪੰਜਾਬ ਦੇ ਵਿੱਚ ਘਟਨਾਵਾਂ ਹੋਈਆਂ, ਔਰ ਇਹ ਵੀ ਨਹੀਂ ਕਿ ਆਪਾਂ ਕਹੀਏ ਦਰਜਨਾਂ ਜਾਂ ਸੈਂਕੜੇ ਕੇਸ ਸੀਗੇ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੇਸ ਸੀਗੇ। ਰੈੱਡ ਕਾਰਡ, ਜਿਹੜੇ ਵਿਅਕਤੀ ਨੇ ਆਤੰਕਵਾਦ ਨੂੰ ਆਪਣੇ ਉੱਤੇ ਹੰਢਾਇਆ, ਉਹ ਰੈੱਡ ਕਾਰਡ ਨੂੰ ਭਲੀ ਭਾਂਤੀ ਸਮਝਦਾ ਹੋਵੇਗਾ ਕਿ ਇਹ ਹੁੰਦਾ ਕੀ ਹੈ। ਸੋ ਰੈੱਡ ਕਾਰਡ ਕਤਲੇਆਮ ਹਿੰਦੂਆਂ ਦਾ ਸੁਣ ਕੇ ਸ਼ਾਇਦ ਤੁਸੀਂ ਸੋਚ ਵੀ ਰਹੋਗੇ ਵੀ ਇਹ ਗੱਲ ਕੀ ਹੋ ਰਹੀ ਹੈ ਕਿ ਪੰਜਾਬ ਦੇ ਵਿੱਚ ਵੀ ਇੱਕ ਜਾਂ ਦੋ ਨਹੀਂ, 30,000 ਤੋਂ ਵੱਧ, ਈਵਨ 35,000 ਦੇ ਕਰੀਬ ਕਹਿ ਲਓ, ਹਿੰਦੂਆਂ ਦੇ ਕਤਲ ਹੋਏ ਸੀ। ਰੈੱਡ ਕਾਰਡ ਟਾਈਟਲ ਨੂੰ ਲੈ ਕੇ ਰੰਜੂ ਏਰੀ ਸੀਨੀਅਰ ਪੱਤਰਕਾਰ ਹੈਗੇ ਨੇ, ਉਹਨਾਂ ਨੇ ਕਿਤਾਬ ਵੀ ਲਿਖੀ ਹੈ। ਹਾਲਾਂਕਿ ਉਹਨਾਂ ਦਾ ਪੰਜਾਬ ਨਾਲ ਕੋਈ ਵਾਸਤਾ ਨਹੀਂ ਹੈ, ਇੱਕ ਹਿਮਾਚਲ ਤੋਂ ਬਿਲੋਂਗ ਕਰਦੇ ਨੇ ਉਹ। ਵਿਆਹ ਤੋਂ ਪਹਿਲਾਂ ਵੀ ਹਿਮਾਚਲ ਨਾਲ ਸੰਬੰਧ ਸੀ, ਵਿਆਹ ਤੋਂ ਬਾਅਦ ਵੀ ਹਿਮਾਚਲ ਨਾਲ ਹੀ ਸੰਬੰਧ ਸੀਗਾ। ਪਰ ਆਪਣੇ ਪੇਸ਼ੇ ਨੂੰ ਲੈ ਕੇ ਜਦੋਂ ਉਹਨਾਂ ਦੀ ਚੰਡੀਗੜ੍ਹ ਆਉਣਾ ਹੋਇਆ ਜਾਂ ਪੰਜਾਬ 'ਚ ਘੁੰਮਣਾ ਹੋਇਆ, ਇਹ ਉਹ ਪੱਤਰਕਾਰ ਨੇ ਜਿਨ੍ਹਾਂ ਨੇ ਅੱਜ ਤੋਂ 20 ਸਾਲ ਪਹਿਲਾਂ, 2 ਦਹਾਕੇ ਪਹਿਲਾਂ ਭਿੰਡਰਾਂ ਵਾਲਿਆਂ ਦੇ ਪਰਿਵਾਰ ਨਾਲ ਵੀ ਮੁਲਾਕਾਤ ਕੀਤੀ ਸੀਗੀ। ਉਸ ਤੋਂ ਬਾਅਦ ਹੁਣ 20 ਸਾਲ ਬਾਅਦ ਆ ਕੇ ਜੋ ਇਹਨਾਂ ਨੇ ਹਿੰਦੂਆਂ ਦੇ ਕਤਲੇਆਮ ਨੂੰ ਲੈ ਕੇ, ਅੱਤਵਾਦ ਦੇ ਨਾਂ 'ਤੇ ਹੋਏ ਕਤਲੇਆਮ ਨੂੰ ਲੈ ਕੇ ਜੋ ਕੁਛ ਆਪਣੀ ਕਲਮ ਰਾਹੀਂ ਕਿਤਾਬ ਪਿਰੋਈ ਹੈ, ਰੈੱਡ ਕਾਰਡ, ਉਸ ਨੂੰ ਲੈ ਕੇ ਅੱਜ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ। ਸੋ ਰੰਜੂ ਏਰੀ ਜੀ, ਸਕਰੋਲ ਪੰਜਾਬ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਸਰ ਜੀ। ਸੋ ਪਹਿਲਾ ਸਵਾਲ ਇਹੀ, ਪੰਜਾਬ ਨਾਲ ਤੁਹਾਡਾ ਕੋਈ ਵਾਸਤਾ ਹੀ ਨਹੀਂ ਹੈਗਾ, ਇਹ ਫੇਰ ਤੁਹਾਨੂੰ ਗੱਲ ਕਿੱਥੋਂ ਪਿੰਚ ਕਰ ਗਈ ਹਿੰਦੂਆਂ ਦਾ ਕਤਲੇਆਮ ਅੱਤਵਾਦ ਦੇ ਨਾਂ 'ਤੇ? ਸਰ ਮੈਂ ਚਾਹੇ ਪੰਜਾਬ ਨਾਲ ਨਹੀਂ ਬਿਲੋਂਗ ਕਰਦੀ, ਪਰ ਅਸੀਂ ਹਿਊਮਨ ਤਾਂ ਹੈ ਨਾ, ਸਾਡਾ ਇੱਕ ਇਨਸਾਨੀਅਤ ਦਾ ਰਿਸ਼ਤਾ ਹੈ। ਉਹ ਚਾਹੇ ਹਿੰਦੂ ਹੈ, ਸਿੱਖ ਹੈ ਜਾਂ ਕੋਈ ਵੀ ਧਰਮ ਹੈ, ਇੱਕ ਇਨਸਾਨੀਅਤ ਦਾ ਰਿਸ਼ਤਾ ਹੈਗਾ। ਦਿੱਲੀ ਦੇ ਦੰਗੇ ਹੋਏ, ਦੰਗੇ ਹਮੇਸ਼ਾ ਗਲਤ ਹੁੰਦੇ ਆ, ਹਮੇਸ਼ਾ ਉਹਦੇ 'ਚ ਇਨੋਸੈਂਟ ਲੋਕ ਮਰਦੇ ਆ, ਨਿਰਦੋਸ਼ ਲੋਕ ਮਰਦੇ ਆ। ਦੰਗੇ ਕਰਾਉਣ ਵਾਲੇ ਤਾਂ ਦੌੜ ਜਾਂਦੇ ਆ, ਭੱਜ ਜਾਂਦੇ ਆ, ਉਹਨਾਂ ਨੂੰ ਪਤਾ ਹੈ ਕਿਹੜੀ ਗਲੀ 'ਚੋਂ ਨਿਕਲਣਾ ਹੈ, ਮਰਦਾ ਤਾਂ ਇਨੋਸੈਂਟ ਲੋਕ ਹੈ। ਲੇਕਿਨ ਜਿੱਦਾਂ ਉਹ ਦਿੱਲੀ ਦੇ ਦੰਗੇ ਗਲਤ ਸੀ, ਉਦੋਂ ਜਿਹੜਾ ਪੰਜਾਬ 'ਚ ਇੱਕ ਹਿੰਦੂਆਂ ਦਾ ਜੈਨੋਸਾਈਡ ਹੋਇਆ ਹੈ, ਉਹ ਗਲਤ ਸੀਗਾ। ਲੇਕਿਨ ਉਹਦੀ ਨਾ ਤਾਂ ਕਿਸੇ ਨੇ ਆਵਾਜ਼ ਉਠਾਈ, ਨਾ ਬੋਲਿਆ, ਨਾ ਉਹਨਾਂ ਨੂੰ ਕੋਈ ਜਸਟਿਸ ਮਿਲਿਆ ਵੀ ਤਾਂ 5 to 10% ਲੋਕਾਂ ਨੂੰ ਸ਼ਾਇਦ ਮਿਲਿਆ ਹੋਗਾ, ਉਹ ਵੀ ਜਿਹੜੇ ਬਹੁਤ ਇਨਫਲੂਐਂਸ਼ੀਅਲ ਸੀਗੇ। ਹੁਣੇ ਵੀ ਤੁਸੀਂ ਦੇਖਣਾ ਹੈ, ਪੰਜਾਬ ਗਵਰਨਮੈਂਟ ਨੇ ਇੱਕੋ ਮਤਾ ਪਾਸ ਕੀਤਾ ਸੀਗਾ ਵੀ ਟੈਰਰਿਸਟ ਵਿਕਟਿਮਸ ਦੀ ਫੈਮਲੀਜ਼ ਨੂੰ ਨੌਕਰੀਆਂ ਦਿੱਤੀਆਂ ਜਾਣ। ਅਤੇ ਨੌਕਰੀਆਂ ਕਿਹਨਾਂ ਨੂੰ ਮਿਲੀਆਂ? ਰੀਹੈਬਿਲੀਟੇਟ ਕੌਣ ਹੋਏ? ਬੇਅੰਤ ਸਿੰਘ ਦੇ ਪੋਤੇ ਰੀਹੈਬਿਲੀਟੇਟ ਹੋਇਆ। ਜਾਂ ਇਸ ਤਰ੍ਹਾਂ ਦੇ ਬੜੇ ਇਨਫਲੂਐਂਸ਼ੀਅਲ 4-5 ਬਹੁਤ ਵੱਡੀ ਕੰਟਰੋਵਰਸੀ ਵੀ ਥੋੜ੍ਹੇ ਦਿਨ ਪਹਿਲੇ ਹੀ ਬਣੀ ਸੀਗੀ ਕਿ ਉਹਨਾਂ ਨੂੰ ਰੀਹੈਬਿਲੀਟੇਟ ਕਰ ਰਹੇ ਹੋ ਤੁਸੀਂ, ਜਿਹੜੇ ਆਲਰੇਡੀ ਇਨਫਲੂਐਂਸ਼ੀਅਲ ਹੈਗੇ ਹੈ, ਸਟਰੋਂਗ ਪੋਲੀਟੀਕਲ ਫੈਮਲੀਜ਼ ਹੈ। ਉਹ ਬੇਅੰਤ ਸਿੰਘ ਦੀ ਫੈਮਿਲੀ ਵੀ ਟੈਰਰਿਸਟ ਵਿਕਟਿਮ ਹੈ, ਮੈਂ ਨਹੀਂ ਕਹਿ ਰਹੀ ਹਾਂ ਨਹੀਂ ਹੈ, ਲੇਕਿਨ ਉਹ ਜਿਹੜੇ ਬਿਲਕੁਲ ਗਰੀਬ ਤਬਕਾ ਜਿਹਨਾਂ ਨੇ ਆਪਣੀ ਕਰੋੜਾਂ ਦੀ ਪ੍ਰੋਪਰਟੀਜ਼ ਛੱਡ ਕੇ ਰਾਤੋਂ ਰਾਤ ਦੌੜੇ ਹੈ, ਬਾਰਡਰਸ 'ਤੇ ਭੀਖ ਮੰਗਦੇ ਰਹੇ ਹੈ, ਉਹਨਾਂ ਦੀ ਰੀਹੈਬਿਲੀਟੇਸ਼ਨ ਕਿੱਥੇ ਗਈ? ਸੋ ਕਿਤੇ ਨਾ ਕਿਤੇ ਜਦੋਂ ਤੁਸੀਂ ਸ਼ਾਇਦ ਇਹ ਅੰਕੜਾ ਜਿਹੜਾ 35,000 ਦਾ ਕਹਿ ਰਹੇ ਹੋ ਤੁਸੀਂ, ਇਹ 50 ਦੀ ਫਿਗਰ ਹੋਏਗੀ, ਕਿਸ ਤਰ੍ਹਾਂ ਤੁਹਾਨੂੰ ਇਕੱਠਾ ਕਰਨ 'ਚ ਮਦਦ ਮਿਲੀ? ਇੱਕ ਟੈਂਟੇਟਿਵ ਫਿਗਰ ਕਿੱਥੋਂ ਤੁਸੀਂ ਜਨਰੇਟ ਕੀਤੀ? ਦੇਖੋ, ਇਹਦਾ ਕੋਈ ਵੀ ਡਾਕੂਮੈਂਟਡ ਨਹੀਂ ਹੈਗਾ। ਹਿੰਦੂ ਕਿੰਨੇ ਮਰੇ, ਕਿੰਨੇ ਪੰਜਾਬ ਛੱਡ ਕੇ ਗਏ, ਕਿੰਨੀ ਹਿੰਦੂ ਵਿਮਨ ਗਾਇਬ ਹੋਈਆਂ ਜਾਂ ਸੁਸਾਈਡ ਹੋਏ, ਇਹ ਕਿਤੇ ਕੋਈ ਵੀ ਡਾਕੂਮੈਂਟਡ ਹੈ ਹੀ ਨਹੀਂ। ਗਾਇਬ ਇਨ ਦਾ ਸੈਂਸ ਪਤਾ ਹੀ ਲੱਗਾ ਕਿੱਥੇ ਗਈਆਂ, ਯੂ ਨੈਵਰ ਨੋ। ਕੀ ਮਤਲਬ ਕਿ ਰੇਪ ਰੂਪ ਕਹਿ ਸਕਦੇ, ਮਾਰ ਦਿੱਤੀਆਂ ਗਈਆਂ? ਕਿੱਥੇ ਗਈਆਂ, ਮਾਰੀਆਂ, ਗਾਇਬ ਹੋਈਆਂ, ਕੋਈ ਲੈ ਗਿਆ, ਨੋਬਡੀ ਨੋਸ, ਕੋਈ ਨਹੀਂ ਪਤਾ। ਲੇਕਿਨ ਜਦੋਂ ਤੁਸੀਂ ਹੁਣ ਮੈਂ ਜਦੋਂ ਇਹ ਬੁੱਕ ਦੇ ਡਿਊਰਿੰਗ ਪੰਜਾਬ 'ਚ ਘੁੰਮਣਾ ਸ਼ੁਰੂ ਕੀਤਾ, ਦਰਦ ਬਹੁਤ ਹੈ ਲੋਕਾਂ ਦਾ। ਲੇਕਿਨ ਕੁਛ ਲੋਕ ਮੈਨੂੰ ਐਸੇ ਮਿਲੇ ਹੈ ਕਿ ਜਿਹੜੇ ਸਿਰਫ ਮੇਰਾ ਹੱਥ ਪਕੜ ਕੇ ਇਸ ਲਈ ਰੋਏ ਹੈ ਕਿ ਸਾਨੂੰ 30 ਸਾਲ 'ਚ ਪਹਿਲੀ ਵਾਰੀ ਕੋਈ ਪੁੱਛਣ ਆਇਆ। ਆਈ ਕੈਨ ਸ਼ੋ ਯੂ ਦਾ ਵੀਡੀਓਜ਼। ਪਹਿਲੀ ਵਾਰੀ ਬਈ 30 ਸਾਲ 'ਚ ਸਾਨੂੰ ਕੋਈ ਪੁੱਛਣ ਆਇਆ ਪਹਿਲੀ ਵਾਰੀ, ਇਹ ਮਤਲਬ ਉਹਨਾਂ ਲੋਕਾਂ ਦਾ ਇਹ ਵੀ ਰੋਣਾ ਸੀਗਾ। ਅੱਛਾ, ਫਿਗਰ ਦੀ ਤੁਸੀਂ ਗੱਲ ਕਰ ਰਹੇ ਹੋ, ਅਤੇ ਪੰਜਾਬ ਦੀ ਇੱਕ ਹਿੰਦੂ ਆਰਗੇਨਾਈਜੇਸ਼ਨ ਕਹਿੰਦੀ ਹੈ 35,000। ਜਿਹੜਾ ਹਿਊਮਨ ਰਾਈਟਸ ਕਮਿਸ਼ਨ ਨੇ ਹੁਣ ਆ ਕੇ 30 ਸਾਲ ਬਾਅਦ ਲਾਸਟ ਮਈ 'ਚ ਕੇਸ ਰਜਿਸਟਰ ਕੀਤਾ, ਉਹਦੇ 'ਚ 33,000 ਦਾ ਫਿਗਰ ਹੈ। ਇੱਕ ਸੀਗੀ ਉਹ ਹਿਊਮਨ ਰਾਈਟਸ ਵਾਚ, ਇੱਕ ਆਰਗੇਨਾਈਜੇਸ਼ਨ ਸੀ, ਉਹਦੇ ਫਿਗਰਸ 'ਚ ਆਇਆ ਸੀਗਾ ਕਿ 38,000 ਹਿੰਦੂ ਫੈਮਲੀਜ਼ ਜਿਹੜੀਆਂ ਹੈਗੀਆਂ ਉਹ ਦਿੱਲੀ ਦੇ ਰੀਹੈਬਿਲੀਟੇਸ਼ਨ ਕੈਂਪ 'ਚ ਆਈਆਂ, ਲੇਕਿਨ ਰਜਿਸਟ੍ਰੇਸ਼ਨ ਕਿਤੇ ਨਹੀਂ ਹੈ।
ਦੇ ਆਰ ਓਨਲੀ ਫਰੋਮ ਪੰਜਾਬ, ਉਹ ਸਿਰਫ ਪੰਜਾਬ ਤੋਂ ਸੀ। ਜਿਹੜੀ ਉਸ ਵੇਲੇ ਆਤੰਕਵਾਦ ਦੇ ਦੌਰਾਨ ਪੰਜਾਬ ਛੱਡ ਕੇ ਗਏ ਸੀ, ਜਿਹੜੇ ਤਾਂ ਇਹ ਜਿਹੜਾ ਹਿਊਮਨ ਰਾਈਟਸ 'ਚ ਕੇਸ ਹੋਇਆ ਔਰ ਜਿਹੜੇ ਹੋਰ ਇੱਕ ਦੋ ਆਰਗੇਨਾਈਜੇਸ਼ਨਸ 33 ਔਰ 35,000 ਫਿਗਰ ਦੇ ਰਹੀ, ਉਹ ਮਰਿਆਂ ਦੀ ਦੇ ਰਹੀਆਂ। ਜਿਹੜੀ ਹਿਊਮਨ ਰਾਈਟਸ ਵਾਚ ਫਿਗਰ 38,000 ਦਾ ਦਿੱਤਾ ਸੀਗਾ, ਉਹਨਾਂ ਦੀ ਰਿਪੋਰਟ ਹੈ ਪੂਰੀ, ਉਹਦੇ 'ਚ ਸੀਗਾ ਕਿ ਅਪਰੋਕਸੀਮੇਟਲੀ 38,000 ਹਿੰਦੂ ਫੈਮਲੀਜ਼ ਕੇਮ ਟੂ ਦਿੱਲੀ ਇਨ ਰਿਹੈਬਿਲਿਟੇਸ਼ਨ ਕੈਂਪਸ। ਅੱਛਾ, ਉਹ ਰਿਹੈਬਿਲਿਟੇਸ਼ਨ ਕੈਂਪਸ ਦੀ ਇਹ ਹਾਲ ਸੀਗੀ ਕਿ ਉਹਦੇ ਸ਼ਾਇਦ 2,000 ਰੁਪਏ ਵਗੈਰਾ ਦਿੰਦੇ ਸੀ, ਲੇਕਿਨ ਪੰਜਾਬ ਦੇ ਹਿੰਦੂ ਨੂੰ ਪਤਾ ਹੀ ਨਹੀਂ ਸੀ। ਉਹ ਵਿਚਾਰੇ ਉੱਠਦੇ ਸੀ, ਕੋਈ ਕਰਨਾਲ ਚਲਾ ਗਿਆ, ਕੋਈ ਹਿਮਾਚਲ ਬਾਰਡਰ, ਕੋਈ ਪਾਨੀਪਤ, ਪੰਚਕੂਲਾ ਤੁਹਾਡੇ ਸਾਹਮਣੇ ਹੀ ਵਸਿਆ ਹੈ ਸਾਰਾ, ਅਤੇ ਉਹਨਾਂ ਦੀ ਕਿਤੇ ਰਜਿਸਟ੍ਰੇਸ਼ਨ ਹੀ ਨਹੀਂ ਹੈ, ਕੁਛ ਨੂੰ ਪਤਾ ਹੀ ਨਹੀਂ ਉੱਠੇ ਤਾਂ ਉਹ ਕਿੱਥੇ ਗਏ। ਮੈਂ ਨੂਰਪੁਰ ਗਈ ਡਿਊਰਿੰਗ ਕਿਤਾਬ ਲਿਖਣ 'ਚ, ਤਾਂ ਉੱਥੇ ਮੈਨੂੰ ਕੁਛ ਫੈਮਿਲੀ ਨੂਰਪੁਰ ਆਪਣਾ ਇਹ ਜੀ, ਅਤੇ ਉਹ ਇੱਕ ਫੈਮਿਲੀ ਤਾਂ ਐਸੀ ਮਿਲੀ ਕਿ ਆਪਣਾ ਗੁਰਦਾਸਪੁਰ ਦੇ ਕੋਲ ਉਹਨਾਂ ਦਾ ਪਿੰਡ ਸੀਗਾ, 10 ਕਮਰਿਆਂ ਦਾ ਮਕਾਨ ਰਾਤੋਂ ਰਾਤ ਖਾਲੀ ਕਰਕੇ ਆਏ। ਫਿਰ ਉੱਥੇ ਆ ਕੇ ਮੰਦਿਰ 'ਚ ਰਹਿ ਕੇ ਭੀਖ ਮੰਗੀ ਉਹਨਾਂ ਲੋਕਾਂ ਨੇ, ਮਤਲਬ ਇੰਨੀ ਇਨਫਲੂਐਂਸ਼ੀਅਲ ਫੈਮਿਲੀਜ਼ ਆ ਸਰਵਾਈਵ ਕਰਨ ਲਈ ਉਹ ਭੀਖ ਮੰਗਦੇ ਸੀਗੇ। ਫਿਰ ਹੌਲੀ ਹੌਲੀ ਜਿੱਦਾਂ ਸਾਰੇ ਖੜੇ ਹੋਏ ਆਪਣੇ ਪੈਰਾਂ 'ਤੇ। ਹੁਣ ਉਹਨਾਂ ਦੀ ਪ੍ਰੋਬਲਮ ਇਹ ਹੈ ਕਿ ਹਿਮਾਚਲ 'ਚ ਜ਼ਮੀਨ ਨਹੀਂ ਆਪਣੇ ਨਾਮ ਰਜਿਸਟਰ ਕਰ ਸਕਦੇ। ਉਹ ਕਹਿੰਦੇ ਅਸੀਂ ਤਾਂ ਕੈਨੇਡਾ ਗਏ ਹੁੰਦੇ ਤਾਂ ਉੱਥੇ ਸਿਟੀਜ਼ਨ ਬਣ ਜਾਂਦੇ ਹੁਣ ਤੱਕ 30 ਸਾਲਾਂ 'ਚ, ਆਪਣੀ ਕੰਟਰੀ 'ਚ ਰਿਫਿਊਜੀ ਹਾਂ। ਫਿਰ ਮੈਂ ਪੀਰਾਗੜੀ ਗਈ, ਕਿਉਂਕਿ ਹੁਣ ਥੋੜ੍ਹੀ ਜਿਹੜੀ ਫੈਮਲੀਜ਼ ਦਿੱਲੀ ਰਿਹੈਬਿਲਿਟੇਟ ਨਹੀਂ ਹੈ ਉਹ ਪੀਰਾਗੜੀ 'ਚ, ਬਾਕੀਆਂ 'ਚ ਤਾਂ ਜਿੱਦਾਂ ਜਹਾਂਗੀਰਪੁਰੀ ਵਗੈਰਾ ਉਹਦੇ 'ਚ ਪਾਕਿਸਤਾਨ ਤੋਂ ਆਏ ਹਿੰਦੂ ਹੈਗੇ ਆ। ਉਹ ਅੱਜ ਤੱਕ ਉਹਨਾਂ ਦੀ ਜਿਹੜੀ ਤੁਸੀਂ ਓਲਡ ਲੇਡੀਜ਼ ਨੂੰ ਮਿਲੋ ਅੱਜ, ਕਿਉਂਕਿ ਉਹ ਬੱਚੇ ਉੱਥੇ ਹੀ ਪੈਦਾ ਹੋਏ, ਉਹਨਾਂ ਨੇ ਉੱਥੇ ਉਹ ਕਰ ਲਿਆ, ਲੇਕਿਨ ਦੇ ਆਲ ਵਾਂਟ ਟੂ ਗੋ ਬੈਕ ਟੂ ਪੰਜਾਬ। ਲੇਕਿਨ ਉਹ ਜਾਣ ਕਿੱਦਾਂ? ਤੁਸੀਂ ਕਸ਼ਮੀਰ ਦੇ ਹਿੰਦੂ ਦੀ ਗੱਲ ਕਰਦੇ ਹੋ ਕਿ ਉਹਨਾਂ ਦੀ ਤੁਸੀਂ ਰਿਹੈਬਿਲਿਟੇਸ਼ਨ ਦੀ ਵੀ ਸਕੀਮਾਂ ਲੈ ਕੇ ਆਉਂਦੇ ਹੋ ਵੀ ਅਸੀਂ ਵਾਪਸ ਲੈ ਕੇ ਜਾਣੇ, ਪੰਜਾਬ ਦੀ ਤਾਂ ਗੱਲ ਹੀ ਨਹੀਂ ਕਰਦਾ ਕੋਈ। ਉਹ ਕਹਿੰਦੇ ਸਾਡੀ ਜ਼ਮੀਨਾਂ ਜਾਇਦਾਦਾਂ ਤਾਂ ਵਾਪਸ ਦਿਲਾਓ, ਅਸੀਂ ਜਾਈਏ ਪੰਜਾਬ 'ਚ ਵਾਪਸ, ਲੇਕਿਨ ਐਸਾ ਕੁਝ ਵੀ ਨਹੀਂ ਹੋ ਰਿਹਾ ਨਾ। ਉਹਨਾਂ ਦੀ ਤਾਂ ਗੱਲ ਹੀ ਨਹੀਂ ਹੋਈ ਨਾ, ਤੁਸੀਂ ਗੱਲ ਹੀ ਛੱਡ ਦਿਓ, ਤੁਸੀਂ ਪੰਜਾਬ ਦੇ ਹਿੰਦੂ ਦੀ ਤਾਂ ਗੱਲ ਹੀ ਨਹੀਂ ਹੋਈ। ਹੋਇਆ ਤਾਂ ਸਿੱਖਾਂ ਨਾਲ ਵੀ ਬਹੁਤ ਗਲਤ ਸੀ, ਇਹ ਨਹੀਂ ਕਹਿ ਰਹੀ ਕਿ ਮੈਂ ਸਿੱਖਾਂ ਨਾਲ ਕੀ ਕਹਿ ਸਕਦੇ ਹਾਂ ਕਿ ਸਿਰਫ ਇਹ ਸੀ ਇਹ ਪੱਗ ਹੈ ਤੇ ਦੂਜੇ ਫਿਰਕੇ ਨੇ ਉਹਨੂੰ ਮਾਰਤਿਆ, ਇਹ ਹਿੰਦੂ ਇਹਨੂੰ ਤਾਂ ਮਾਰ ਦਿਓ, ਇਹੀ ਵਜ੍ਹਾ ਰਹੀ ਮਾਰਨ ਦੀ। ਤੁਹਾਨੂੰ ਪਤਾ ਹੈ ਕਿ ਹਿੰਦੂ ਬੱਸਾਂ 'ਚ ਜਾਂ ਸੈਗਰੀਗੇਟ ਕਰਕੇ ਮਾਰੇ ਗਏ ਸੀ ਉਸ ਵੇਲੇ, ਕਿਉਂਕਿ ਸਭ ਤੋਂ ਵੱਡਾ ਕਾਂਡ ਜੇ ਮੇਰੇ ਜ਼ਿਹਨ 'ਚ ਆਉਂਦਾ ਰੋਪੜ ਸੀਗਾ, 25 ਹਿੰਦੂ ਇੱਕ ਬੱਸ 'ਚੋਂ ਲਾ ਕੇ ਮਾਰੇ ਗਏ ਸੀ। ਕਿਹੜਾ ਸਟੇਸ਼ਨ ਤੇ 40 ਵੀ ਮਾਰੇ ਗਏ ਸੀ। ਪਟਿਆਲਾ ਮੰਦਿਰ ਦੇ ਬਾਹਰ ਬੰਬ ਬਲਾਸਟ ਹੋਏ ਸੀ, ਮੋਰ ਦੈਨ 40 ਪੀਪਲ ਕਿਲਡ। ਫਿਰ ਸਭ ਤੋਂ ਪਹਿਲਾਂ 88 'ਚ ਬਲਾਸਟ ਹੋਏ ਸੀ ਅੰਮ੍ਰਿਤਸਰ। ਉਹ ਤਾਂ ਜਿਹੜਾ ਉਸ ਤੋਂ ਬਾਅਦ ਪੰਜਾਬ ਗਵਰਨਮੈਂਟ ਨੇ ਇੱਕ ਵਾਈਟ ਪੇਪਰ ਲਿਆਂਦਾ ਟੈਰਰਿਜ਼ਮ 'ਤੇ, ਉਹਦਾ ਜ਼ਿਕਰ ਹੀ ਨਹੀਂ ਹੈ। ਉਹ ਤਾਂ ਸਟਰੋਂਗ ਜਿਹੜਾ ਸ਼ਾਮ ਵੇਲੇ ਬਲਾਸਟ ਕੀਤਾ, ਕਾਫੀ ਬੜਾ ਹਿੰਦੂਆਂ ਦਾ ਉਹ ਹੈਗਾ, ਬੜਾ ਸਟਰੋਂਗ ਉਹ ਬਿਜ਼ਨਸ ਸੈਂਟਰ ਹੈਗਾ ਅੰਮ੍ਰਿਤਸਰ ਦਾ। ਉੱਥੇ 88 'ਚ ਜਿਹੜਾ ਬਲਾਸਟ ਹੋਇਆ ਸੀ ਉਹਦੇ ਅਰਾਊਂਡ 40 ਹਿੰਦੂ ਮਾਰੇ ਗਏ ਸੀ, ਜ਼ਿਆਦਾਤਰ ਹਿੰਦੂ ਸੀਗੇ ਕਿਉਂਕਿ ਉਹ ਲਾਲੇ ਮੋਸਟਲੀ ਜਿਹੜੇ ਹੈਗੇ ਉਹ ਹਿੰਦੂ ਸੀਗੇ। ਵਾਈਟ ਪੇਪਰ 'ਚ ਉਸ ਚੀਜ਼ ਦਾ ਜ਼ਿਕਰ ਹੀ ਨਹੀਂ ਕੀਤਾ ਪੰਜਾਬ ਗਵਰਨਮੈਂਟ ਨੇ ਉਸ ਵੇਲੇ। ਇੱਥੇ ਜ਼ਿਹਨ 'ਚ ਸਵਾਲ ਆ ਰਿਹਾ ਕਿਉਂ? ਹਾਲਾਂਕਿ ਕਿਤੇ ਨਾ ਕਿਤੇ ਅੱਤਵਾਦ ਦੇ ਨਾਂ 'ਤੇ ਜਾਂ ਇਹਨਾਂ ਦੇ ਪੀੜਤਾਂ ਦੇ ਨਾਂ 'ਤੇ ਅੱਜ ਤੱਕ ਪੰਜਾਬ 'ਚ ਰਾਜਨੀਤੀ ਹੁੰਦੀ ਆ ਰਹੀ ਹੈ, ਫਿਰ ਵੀ ਕਿਉਂ ਨਹੀਂ ਜ਼ਿਕਰ ਹੋ ਪਾਇਆ? ਸਰਕਾਰੀ ਫਾਈਲਾਂ ਦੇ ਵਿੱਚ ਇਹ ਚੀਜ਼ਾਂ ਕਿਉਂ ਨਹੀਂ ਦਰਜ ਹੋ ਪਾਈਆਂ? ਦੇਖੋ, ਮੈਨੂੰ ਜੋ ਮੇਰੀ ਸਮਝ ਹੈ ਐਜ਼ ਬੀਇੰਗ ਅ ਜਰਨਲਿਸਟ, ਮੇਰੀ ਸਮਝ ਹੈ ਕਿ ਪੰਜਾਬ ਦੀ ਜਿਹੜੀ ਸਿੱਖ ਅਪੀਜ਼ਮੈਂਟ ਦੀ ਜਿਹੜੀ ਪੋਲੀਟਿਕਸ ਹੈ ਕਿ ਤੁਸੀਂ ਸਿੱਖ ਲੈ ਲਓ, ਐਸਸੀ ਜੋੜ ਲਓ ਨਾਲ ਤੇ ਤੁਹਾਡਾ ਵੋਟ ਬੈਂਕ ਸਟਰੋਂਗ ਹੁੰਦਾ, ਫਿਰ ਹਿੰਦੂ ਦੀ ਗੱਲ ਕਿਉਂ ਕਰੇ, ਚਾਹੇ ਉਹ ਹਿੰਦੂ ਲੀਡਰ ਹੈ ਚਾਹੇ ਕੋਈ ਹੈ, ਉਹ ਨਹੀਂ ਕਰਨਗੇ ਗੱਲ ਨਾ, ਉਹਨਾਂ ਨੂੰ ਪੋਲੀਟੀਕਲੀ ਸੂਟ ਨਹੀਂ ਕਰਦਾ। ਦੂਸਰਾ ਇਹ ਸੀਗਾ ਕਿ ਪੰਜਾਬ 'ਚ ਕੋਈ ਸਟਰੋਂਗ ਹਿੰਦੂ ਲੀਡਰ ਉੱਭਰਿਆ ਨਹੀਂ ਜਿਹੜਾ ਹਿੰਦੂਆਂ ਦੀ ਗੱਲ ਉੱਠ। ਗੋਪੀ ਚੰਦ ਭਾਰਗਵ, ਇਹ ਤਾਂ ਜਿਸ ਵੇਲੇ ਹਰਬੰਸ ਲਾਲ ਖੰਨਾ ਮਾਰੇ ਗਏ ਉਸ ਤੋਂ ਬਾਅਦ ਤਾਂ ਸਾਰੇ ਜਿੰਨੇ ਵੀ ਅੱਤਵਾਦ ਤੋਂ ਬਾਅਦ ਅਕਾਲੀਆਂ ਦੀ ਗਵਰਨਮੈਂਟ ਆ ਗਈ, ਅਤੇ ਜਿੰਨੇ ਵੀ ਹਿੰਦੂ ਲੀਡਰ ਸੀਗੇ ਇਹ ਕਹੋ ਕਿ ਅਕਾਲੀ ਛਤਰ ਛਾਏ 'ਚ ਆਪਣੀ ਪੋਲੀਟਿਕਸ ਕਰ ਰਹੇ ਸੀਗੇ। ਠੀਕ ਹੈ, ਅੱਜ ਵੀ ਉਹੀ ਸਿਨੈਰੀਓ ਹੈ, ਅੱਜ ਵੀ ਉਹੀ ਸਿਨੈਰੀਓ ਹੈ, ਤੁਹਾਡੇ ਸਾਹਮਣੇ ਹੀ ਅੱਜ ਵੀ ਉਹੀ ਸਿਨੈਰੀਓ ਹੈ ਨਾ। ਅਗਰ ਇਹ ਇੰਨੇ ਇਮਾਨਦਾਰ ਹੁੰਦੇ ਤਾਂ ਇਹਨਾਂ ਨੇ ਆ ਕੇ 2018 'ਚ ਆ ਕੇ ਸੈਂਟਰ ਗਵਰਨਮੈਂਟ ਨੇ ਇਹ ਜਿਹੜੀ ਖਾਲਿਸਤਾਨ ਲਿਬਰੇਸ਼ਨ ਫੋਰਸ ਨੂੰ ਬੈਨ ਕੀਤਾ, ਰਾਈਟ? ਉਸ ਵੇਲੇ ਕੀਤਾ ਜਿਸ ਵੇਲੇ ਤੁਸੀਂ ਰਵਿੰਦਰ ਗੋਸਾਈ ਨੂੰ ਮਾਰਿਆ। 1980 ਤੋਂ 90 ਤੱਕ ਹਿੰਦੂ ਕਲਸਟਰਸ 'ਚ ਜਿੰਨੇ ਬੰਬ ਬਲਾਸਟ ਹੋਏ ਸੀ ਇਸ ਆਰਗੇਨਾਈਜੇਸ਼ਨ ਨੇ ਉਹਦਾ ਉਹ ਲੈਂਦੀ ਰਹੀ ਹੈ। ਯੈਸ, ਵੀ ਤੁਸੀਂ ਰਵਿੰਦਰ ਗੋਸਾਈ ਦਾ ਨਾਮ ਲਿਆ, ਜਿੱਦਾਂ ਹੀ ਉਹ ਕਰਨਲ ਗਗਨੇਜਾ ਸੀਗੇ ਜਾਂ ਹੋਰ ਜਿਹੜੇ ਹਿੰਦੂ ਲੀਡਰ ਦੇ ਕਤਲ ਹੋਏ ਆ, ਉਹਦੇ ਪਿੱਛੇ ਤੁਸੀਂ ਕੀ ਵਜ੍ਹਾ ਸਮਝਦੇ ਹੋ? ਸਰ, ਵਜ੍ਹਾ ਜਿਹੜੇ ਵੀ ਹਿੰਦੂ ਦੀ ਆਵਾਜ਼ ਉਠਾਈ ਉਹ ਮਾਰਿਆ ਗਿਆ ਨਾ। ਜਿਹੜਾ ਵੀ ਹਿੰਦੂ ਲੀਡਰ ਲਾਲਾ ਜਗਤ ਨਾਰਾਇਣ, ਉਹਨਾਂ ਦੇ ਬੇਟੇ ਰਮੇਸ਼, ਹੈ ਨਾ, ਉਸ ਤੋਂ ਬਾਅਦ ਗੋਸਾਈ ਨੂੰ ਤਾਂ 18 'ਚ ਆ ਕੇ ਮਾਰਿਆ ਜਦੋਂ 30 ਸਾਲ ਹੋ ਚੁੱਕੇ ਆ ਟੈਰਰਿਜ਼ਮ ਖਤਮ ਹੋਏ। ਹੁਣ ਇੱਕ ਉਹ ਹਿੰਦੂ ਲੀਡਰ ਬਲਵਿੰਦਰ ਸਿੰਘ ਸੀਗੇ, ਉਹ ਜਿਹੜੇ ਹੁਣ ਉਹ ਤੋਂ 20 'ਚ ਹੀ ਉਹਨਾਂ ਨੂੰ ਮਾਰਿਆ ਗਿਆ। ਉਹ ਵੀ ਤਾਂ ਬਹੁਤ ਜ਼ਿਆਦਾ ਇੱਕ ਨਿਊਟਰਲ ਸੀਗੇ ਨਾ। ਕਰਨਲ ਗਗਨੇਜਾ ਵੀ ਹੁਣ ਦੀ ਉਹ ਗੱਲ ਹੈ, ਥੋੜੇ ਸਾਲ ਹੋਏ ਆ, ਰੀਸੈਂਟਲੀ ਗੱਲ ਹੈ। ਇਸ ਦਾ ਮਤਲਬ ਹੁਣ ਜਿਹੜਾ ਮੈਂ ਜੋ ਸਟੱਡੀ ਕੀਤਾ ਕਿ ਪਹਿਲੇ ਉਹ ਆ ਕੇ ਕਲਸਟਰਸ 'ਚ ਮਾਰਦੇ ਸੀਗੇ, ਜਿੱਦਾਂ ਅਬੋਹਰ ਕਾਂਡ ਹੋਇਆ 40-45 ਲੋਕ ਸ਼ਾਇਦ ਮਾਰੇ ਗਏ ਸੀ ਉਸ ਵੇਲੇ, ਜਿਸ ਵੇਲੇ ਲੋਕ ਨੱਠ ਕੇ
ਪੁਲਿਸ ਸਟੇਸ਼ਨ ਗਏ ਤੇ ਪੁਲਿਸ ਸਟੇਸ਼ਨ 'ਤੇ ਤਾਲੇ ਲੱਗੇ ਹੋਏ ਸੀਗੇ, ਉਸ ਵੇਲੇ ਮਾਰੇ ਗਏ ਨਾ। ਉਸ ਵੇਲੇ ਜਿਹੜਾ ਪੈਟਰਨ ਸੀਗਾ ਕਿ ਉਹ ਕਲਸਟਰਸ 'ਚ ਆ ਕੇ ਹਿੰਦੂਆਂ ਨੂੰ ਮਾਰ ਦਿੰਦੇ ਸੀਗੇ। ਹੁਣ ਪੈਟਰਨ ਇਹ ਹੈ ਕਿ ਇਕੱਲੇ ਇਕੱਲੇ ਨੂੰ ਮਾਰੋ ਕਿ ਸ਼ੋਰ ਹੀ ਨਾ ਪਵੇ। ਤੁਸੀਂ 17 ਤੋਂ ਲੈ ਕੇ ਅੱਜ ਤੱਕ ਦੇਖ ਲਓ ਨਾ, ਜਿੰਨਾ ਦੀ ਵੀ ਤੁਸੀਂ ਗੱਲ ਕਰ ਰਹੇ ਹੋ, ਉਹ ਹੁਣ ਇਕੱਲਾ ਇਕੱਲਾ ਲੀਡਰ ਮਾਰਿਆ ਜਾ ਰਿਹਾ ਕਿ ਜਿਹੜਾ ਆਵਾਜ਼ ਉਠਾਏਗਾ ਅਸੀਂ ਉਹਨੂੰ ਮਾਰਾਂਗੇ। ਨਹੀਂ, ਕੀ ਸਮਝਦੇ ਹੋ ਤੁਸੀਂ ਅੱਜ ਵੀ ਇਹ ਕਲਚਰ ਜਿਹੜਾ ਚੱਲਦਾ ਪਿਆ ਕਿ ਪੰਜਾਬ 'ਚ ਹਿੰਦੂ ਨਹੀਂ ਉੱਠਣ ਦੇਣੇ, ਤਾਂ ਹੀ ਗੱਲ ਕਹਿ ਸਕਦੇ ਕਿ ਪੰਜਾਬ 'ਚ ਕੋਈ ਹਿੰਦੂ ਲੀਡਰ ਉੱਭਰ ਵੀ ਨਹੀਂ ਪਾਇਆ? ਪੰਜਾਬ 'ਚ ਕੁਝ ਤਾਕਤਾਂ ਐਸੀਆਂ, ਕੁਝ ਬਾਹਰ ਵੀ ਬੈਠੇ, ਤੁਹਾਨੂੰ ਵੀ ਪਤਾ ਹੈ ਕਿਹੜੀਆਂ, ਔਰ ਉਹ ਹਲੇ ਵੀ ਉਹਨਾਂ ਦੇ ਦਿਮਾਗ 'ਚੋਂ ਖਾਲਿਸਤਾਨ ਵਾਲਾ ਕੀੜਾ ਨਹੀਂ ਜਾ ਰਿਹਾ। ਜਦੋਂ ਕਿ ਪੰਜਾਬ ਦੀ ਜਿਹੜੀ ਹੁਣ ਸਿਚੁਏਸ਼ਨ ਹੈ, ਇਟ ਕੈਨ ਨੈਵਰ ਬੀ ਰਿਵਾਈਵਡ। ਹੁਣ ਹਿੰਦੂ ਵੀ ਸਮਝ ਰਿਹਾ, ਸਿੱਖ ਵੀ ਸਮਝ ਰਿਹਾ, ਉਹ ਮੈਨੂੰ ਨਹੀਂ ਲੱਗਦਾ ਕਿ ਉਹ ਜਿਹੜਾ ਆਤੰਕਵਾਦ ਦਾ ਪੀਰੀਅਡ ਉਹ ਰਿਵਾਈਵ ਹੋਏਗਾ। ਲੇਕਿਨ ਕੋਸ਼ਿਸ਼ਾਂ ਜਾਰੀ ਹੈ, ਕੁਛ ਨਾ ਕੁਛ ਹਰਕਤ ਕਰਦੇ ਰਹੋ, ਕੋਸ਼ਿਸ਼ ਜਾਰੀ ਹੈ। ਮੁਲਕ ਦੇ ਅਸੀਂ ਨਾ ਕਰ ਲਈ, ਸਾਡੇ ਮੁਲਕ ਦਾ ਨਾਮ ਹੈ ਹਿੰਦੁਸਤਾਨ, ਹਿੰਦੂਆਂ ਦਾ ਸਥਾਨ, ਪਹਿਲੀ ਝਲਕ ਇਹ ਪੈਂਦੀ ਹੈ। ਤੇ ਅਜਿਹੇ ਮੁਲਕ ਦੇ ਵਿੱਚ ਵੀ ਜੇ ਕਹੋ ਤੇ ਜਿਸ ਧਰਮ ਨੂੰ ਕਿਹਾ ਜਾਂਦਾ ਹੈ ਕਿ ਜਿਸ ਦੀ ਸਭ ਤੋਂ ਜ਼ਿਆਦਾ ਆਬਾਦੀ ਹੈ, ਸਭ ਤੋਂ ਜ਼ਿਆਦਾ ਹੋਇਆ, ਉਹਨੂੰ ਅੱਜ ਹੈ ਖਤਰਾ? ਸਰ, ਹਿੰਦੂ ਪਹਿਲੀ ਗੱਲ ਤਾਂ ਇਜ਼ ਨਾਟ ਅ ਰਿਲੀਜਨ, ਇਟਸ ਅ ਵੇ ਆਫ ਲਾਈਫ। ਠੀਕ ਹੈ, ਜੋ ਅਸੀਂ ਪੜ੍ਹਦੇ ਆਏ ਹਾਂ ਉਹ ਹੈ ਵੇ ਆਫ ਲਾਈਫ। ਲੇਕਿਨ ਇਹ ਹੈ ਕਿ ਥੋੜ੍ਹਾ ਜਿਹਾ ਮੈਂ ਜ਼ਰੂਰ ਇਸ ਗੱਲ 'ਤੇ ਜਾਵਾਂਗੀ, ਪੰਜਾਬ, ਕਸ਼ਮੀਰ, ਨਾਰਥ ਈਸਟ, ਹਿੰਦੂ ਇਹਨਾਂ ਜਗ੍ਹਾ 'ਚ ਮਾਈਨੋਰਿਟੀ 'ਚ ਹੈ, ਰਾਈਟ, ਲੇਕਿਨ ਮਾਈਨੋਰਿਟੀ ਦਾ ਸਟੇਟਸ ਨਹੀਂ ਹੈ। ਹਿੰਦੂ ਪੰਜਾਬ 'ਚ ਵੀ ਮਾਈਨੋਰਿਟੀ ਸਟੇਟਸ ਨਹੀਂ ਰੱਖਦਾ, ਹਿੰਦੂ ਕਸ਼ਮੀਰ 'ਚ ਵੀ ਹਿੰਦੂ ਨੂੰ ਕਦੀ ਮਾਈਨੋਰਿਟੀ ਸਟੇਟਸ ਨਹੀਂ ਦਿੱਤਾ, ਨਾਰਥ ਈਸਟ 'ਚ ਵੀ ਪੂਰੇ 'ਚ ਤੁਹਾਨੂੰ ਜਿੱਥੇ ਕ੍ਰਿਸਚੀਅਨ ਪਾਪੂਲੇਸ਼ਨ ਜ਼ਿਆਦਾ ਹੈ, ਹਿੰਦੂਆਂ ਨੂੰ ਮਾਈਨੋਰਿਟੀ ਸਟੇਟਸ ਨਹੀਂ ਹੈ। ਮਾਈਨੋਰਿਟੀ ਸਟੇਟਸ ਕਿਉਂ ਨਹੀਂ ਹੈ ਕਿ ਮਾਈਨੋਰਿਟੀ ਸਟੇਟਸ ਜਿਹੜਾ ਉਹਨਾਂ ਨੇ ਸੈਂਟਰ ਦੇ ਕੌਨਸਟੀਟਿਊਸ਼ਨ ਦੇ ਉਹਦੇ 'ਚ ਹੈ। ਇੱਕ ਸੁਪਰੀਮ ਕੋਰਟ 'ਚ ਕੇਸ ਵੀ ਪੈਂਡਿੰਗ ਹੈ ਵੀ ਜਿਹੜਾ ਇਹ ਮਾਈਨੋਰਿਟੀ ਸਟੇਟਸ ਹੈ ਸਟੇਟ ਸਬਜੈਕਟ ਕਿਉਂ ਨਹੀਂ ਹੈ। ਲੈਟ ਦ ਸਟੇਟ ਡਿਸਾਈਡ ਕਿ ਉਹਨਾਂ ਦੀ ਕਿਹੜੀ ਕਾਸਟ ਉਹਦੇ 'ਚ ਮਾਈਨੋਰਿਟੀ 'ਚ ਹੈ। ਹੁਣ ਪੰਜਾਬ 'ਚ ਹੁੰਦਾ ਕੀ ਹੈ ਕਿ ਹਿੰਦੂ ਮਾਈਨੋਰਿਟੀ 'ਚ ਨਹੀਂ ਹੈ, ਨੈਸ਼ਨਲ ਲੈਵਲ 'ਤੇ ਉਹ ਮੈਜੋਰਿਟੀ ਹੈ, ਤਾਂ ਉਹ ਪੰਜਾਬ 'ਚ ਵੀ ਮੈਜੋਰਿਟੀ। ਹੁਣ ਕੋਈ ਜੌਬਸ ਨਿਕਲਦੀਆਂ ਜਾਂ ਕੁਛ ਨਿਕਲਦਾ, ਜਿਹੜਾ ਮਾਈਨੋਰਿਟੀ ਦਾ ਬੈਨੀਫਿਟ ਹੈ ਉਹ ਹਿੰਦੂ ਨੂੰ ਥੋੜ੍ਹੀ ਮਿਲਦਾ, ਨਹੀਂ ਮਿਲਦਾ ਨਾ ਹਿੰਦੂ ਨੂੰ। ਮਾਈਨੋਰਿਟੀ ਸਟੇਟਸ ਹੀ ਨਹੀਂ ਹੈ। ਹੁਣ 84 ਦੇ ਦੰਗੇ ਹੋਏ, ਮੈਂ ਦੁਬਾਰਾ ਕਹਿ ਰਹੀ ਹਾਂ ਉਹ ਗਲਤ ਹੈ। 84 ਦੇ ਦੰਗਿਆਂ ਤੋਂ ਜਿਹੜੇ ਉੱਠ ਕੇ ਪੰਜਾਬ ਆਏ, ਉਹਨਾਂ ਨੂੰ ਰੈੱਡ ਕਾਰਡ ਵੀ ਦਿੱਤੇ ਗਏ, ਠੀਕ ਹੈ, ਉਹਨਾਂ ਨੂੰ ਹਰ ਤਰ੍ਹਾਂ ਨਾਲ ਰੀਹੈਬਿਲਿਟੇਟ ਵੀ ਕੀਤਾ ਗਿਆ। ਉਹਨਾਂ ਲੋਕਾਂ ਨੂੰ ਸੈਂਟਰ ਗਵਰਨਮੈਂਟ ਨੇ ਵੀ ਰੀਹੈਬਿਲਿਟੇਟ ਕੀਤਾ, ਦਿੱਲੀ ਗਵਰਨਮੈਂਟ ਨੇ ਵੀ ਕੀਤਾ, ਪੰਜਾਬ ਗਵਰਨਮੈਂਟ ਨੇ ਵੀ ਕੀਤਾ। ਕਰਨਾ ਚਾਹੀਦਾ ਸੀਗਾ ਬਿਲਕੁਲ। ਅਗਰ ਉਹ ਲੋਕ ਉਜੜ ਕੇ ਆਏ ਸੀ, ਰੀਹੈਬਿਲਿਟੇਸ਼ਨ ਹੋਣੀ ਚਾਹੀਦੀ ਸੀ। ਔਰ ਉਸ ਵੇਲੇ ਮੈਂ ਜਿਸ ਵੇਲੇ ਕੋਰਟ ਕੇਸਿਸ ਪੜ੍ਹੇ ਜਾਂ ਹੋਰ ਕਈ ਸਾਰੀ ਚੀਜ਼ਾਂ ਪੜ੍ਹੀਆਂ, ਉਹਦੇ 'ਚ ਇਹ ਸੀਗਾ ਕਿ ਉਹ ਲੋਕਾਂ ਨੂੰ ਬੈਨੀਫਿਟ ਦਿੱਤਾ ਗਿਆ ਸੀ ਵੀ ਤੁਸੀਂ ਸਰਾਏ ਦਾ ਸਰਟੀਫਿਕੇਟ ਲੈ ਕੇ ਆਓ ਅਤੇ ਤੁਹਾਨੂੰ ਉਹ ਦੰਗਾ ਪੀੜਿਤ ਕਰਾਰ ਦਿੱਤਾ ਜਾਏਗਾ, ਯੂ ਵਿਲ ਗੈਟ ਰੈੱਡ ਕਾਰਡ ਔਰ ਅਦਰ ਬੈਨੀਫਿਟਸ ਆਲਸੋ। ਜਿਹੜੇ ਪੰਜਾਬ 'ਚ ਹਿੰਦੂ ਮਾਰੇ ਜਾ ਰਹੇ ਸੀਗੇ, ਜਿਹੜੇ ਤਾਂ ਸਰਕਾਰੀ ਕਰਮਚਾਰੀ ਮਾਰੇ ਗਏ, ਉਸ ਵੇਲੇ ਬਹੁਤ ਸਾਰੇ ਟੀਚਰਸ ਮਾਰੇ ਗਏ ਜਿਨ੍ਹਾਂ ਦੀ ਇਲੈਕਸ਼ਨ ਵਗੈਰਾ ਡਿਊਟੀ ਲੱਗਦੀ ਸੀ, ਹੋਰ ਵੀ ਬੜੇ ਸਾਰੇ ਸੀਗੇ। ਅਤੇ ਉਹਨਾਂ ਨੂੰ ਤਾਂ ਉਹਨਾਂ ਦੀ ਗ੍ਰੈਚੁਟੀ ਕਿਸੇ ਨੂੰ 1 ਲੱਖ, ਕਿਸੇ ਨੂੰ 2 ਲੱਖ ਮਿਲਿਆ। ਉਹ ਵੀ ਉਹਨਾਂ ਦੇ ਬੱਚੇ, ਮੈਂ ਮਿਲ ਕੇ ਆਈ, ਕਿਸੇ ਨੇ 2 ਸਾਲ ਧੱਕੇ ਖਾਧੇ, ਕਿਸੇ ਨੇ 3 ਸਾਲ ਧੱਕੇ ਖਾਧੇ। ਮੈਂ ਬੱਸੀ ਇੱਕ ਮਿਲ ਕੇ ਆਈ ਸੀ ਫੈਮਿਲੀ ਨੂੰ 2 ਸਾਲ ਪਹਿਲੇ, ਉਹਨਾਂ ਦੀ 93 ਈਅਰਸ ਓਲਡ ਮਦਰ ਦੀ ਡੈਥ ਹੋਈ। ਜਦ ਤੱਕ ਉਹ ਆਫਿਸਿਸ 'ਚ ਚਿੱਠੀਆਂ ਲਿਖਦੀ ਰਹੀ ਵੀ ਮੇਰੇ ਬੱਚਿਆਂ ਨੂੰ ਰੈੱਡ ਕਾਰਡ ਦਿਓ, ਨਹੀਂ ਮਿਲਿਆ, ਠੀਕ ਹੈ। ਉਹਦੇ ਫਾਦਰ ਨੂੰ ਸਕੂਲ 'ਚ ਮਾਰ ਕੇ ਗਏ ਸੀਗੇ ਕਿਉਂਕਿ ਇਲੈਕਸ਼ਨ ਡਿਊਟੀ ਲੱਗੀ ਸੀ। ਮਤਲਬ ਕਹਿ ਲਓ ਵੀ ਸਾਰੀ ਜ਼ਿੰਦਗੀ ਉਹਨਾਂ ਦੀ ਕਾਰਡ ਮੰਗਣ 'ਤੇ ਹੀ ਲੱਗ ਗਈ, ਕਾਰਡ ਮੰਗਣ 'ਤੇ ਖਤਮ ਹੋ ਗਈ। ਫਿਰ ਮੈਂ ਇੱਕ ਬਟਾਲਾ ਫੈਮਿਲੀ ਨੂੰ ਮਿਲ ਕੇ ਆਈ, ਹੀ ਇਜ਼ ਅਰਾਊਂਡ 93 ਈਅਰਸ ਓਲਡ ਔਰ ਉਹਨਾਂ ਦੀ ਵਾਈਫ 90 ਈਅਰਸ ਓਲਡ ਹੈ। 2 ਬੱਚੇ ਇੱਕੋ ਹੀ ਬੱਸ 'ਚੋਂ ਕੱਢ ਕੇ ਮਾਰੇ ਗਏ, ਇੱਕ 24 ਸਾਲ ਦਾ, ਇੱਕ 26 ਸਾਲ ਦਾ। ਇੱਕੋ ਹੀ ਚਿਤਾ 'ਤੇ ਉਹਨਾਂ ਨੇ ਜਲਾਇਆ। ਅੱਜ ਤੱਕ ਵੀ ਸ਼ਾਇਦ ਮਦਰ ਨੂੰ ਤਾਂ ਇਹ ਹੈ ਕਿ ਸ਼ਾਇਦ ਮੇਰੇ ਬੱਚੇ ਆ ਰਹੇ। ਉਹ ਦਰਦ ਮੈਂ ਜਿਹੜੇ ਸਪੈਸ਼ਲੀ ਗੁਰਦਾਸਪੁਰ ਦੀ ਬੈਲਟ, ਉਹਨਾਂ ਨੂੰ ਵੀ ਕਾਰਡ ਅੱਜ ਤੱਕ ਨਹੀਂ ਮਿਲਿਆ ਨਾ, ਉਹਨਾਂ ਨੇ ਲਿਆ ਵੀ ਨਹੀਂ, ਕਹਿੰਦੇ ਮੈਂ ਲੈਣਾ ਹੀ, ਮੇਰੇ ਬੱਚੇ ਥੋੜ੍ਹੇ ਵਾਪਸ ਆਉਣਗੇ। ਇੱਕ ਨਫ਼ਰਤ ਵੀ ਹੋ ਜਾਂਦੀ ਹੈ, ਨਫ਼ਰਤ ਵੀ ਹੋ ਜਾਂਦੀ ਹੈ। ਮਤਲਬ ਤੁਸੀਂ ਜੇ ਇੰਟੀਰੀਅਰ 'ਚ ਜਾਓ ਨਾ ਪੰਜਾਬ 'ਚ, ਹੁਣ ਬੱਚੇ ਬੁੱਚੇ ਤਾਂ ਨਿਕਲ ਗਏ, ਉਸ ਟਾਈਮ 'ਚ ਨਿਕਲ ਗਏ, ਕਈਆਂ ਨੇ ਰਿਸ਼ਤੇਦਾਰਾਂ ਦੇ ਭੇਜਤੇ, ਬਜ਼ੁਰਗ ਹੈਗੇ ਹੈ, ਲੇਕਿਨ ਉਹ ਤੁਹਾਨੂੰ ਪਤਾ ਹੀ ਉਹਨਾਂ ਦੀ ਇਸ ਵੇਲੇ ਕੀ ਲਾਈਫ ਹੈ। ਮਤਲਬ ਕੁਛ ਲੋਕ, ਕੁਛ ਮੇਰਾ ਸਿਰਫ ਹੱਥ ਫੜ ਕੇ ਰੋ ਰਹੇ ਸੀਗੇ ਵੀ ਤੁਸੀਂ ਸਾਨੂੰ ਪੁੱਛਣ ਆਏ ਹੋ। ਅੱਛਾ, ਕੀ ਵਜ੍ਹਾ ਸਮਝਦੇ ਹੋ? ਹਾਲਾਂਕਿ ਜਦੋਂ ਰਾਜਨੀਤਿਕ ਪਾਰਟੀਆਂ ਆਉਂਦੀਆਂ ਤੇ ਜ਼ਰੂਰ ਇਹ ਮੁੱਦਾ ਚੁੱਕ ਲੈਂਦੀਆਂ, ਕਿਉਂ ਨਹੀਂ ਇਹ ਚੀਜ਼ ਹੋ ਪਾ ਰਹੀ? ਆਪਾਂ ਇੱਕ ਕਿਸਮ ਦਾ ਇਨਸਾਫ ਹੀ ਕਹਾਂਗੇ, ਉਹਨਾਂ ਨੂੰ ਕਿਉਂ ਨਹੀਂ ਮਿਲ ਪਾ ਰਿਹਾ, ਕਿਉਂ ਆਪਣਾ ਹੱਕ ਨਹੀਂ ਪਾ ਰਹੇ ਪੁਨਰਵਾਸ ਦਾ? ਇਹਦਾ ਕੀ ਨਿਚੋੜ ਨਿਕਲਿਆ ਤੁਹਾਡੇ? 2006 'ਚ ਕੈਪਟਨ ਸਾਹਿਬ ਪਹਿਲੀ ਵਾਰੀ ਸੀਐਮ ਆਏ ਸੀਗੇ, ਆਈ ਥਿੰਕ 6 'ਚ ਆਏ ਸੀ। 2002 ਨਹੀਂ 6 2 ਤੋਂ 7 ਦੀ ਟਰਮ ਸੀਗੀ, 2002 ਤੋਂ 7। ਇਹਨਾਂ ਨੇ ਇੱਕ 781 ਕਰੋੜ ਰੁਪਏ ਦਾ ਪੈਕੇਜ ਅਨਾਊਂਸ ਕੀਤਾ ਸੀਗਾ ਜਿਹੜੇ ਹਿੰਦੂ ਵਿਕਟਿਮਸ ਹੈ। ਅਤੇ ਉਹ ਇਸ ਵਾਰੀ ਵੀ ਜਦੋਂ ਇਲੈਕਸ਼ਨ ਲੜਿਆ ਇਹਨਾਂ ਨੇ, ਤਾਂ ਉਹਦੀ ਮੈਨੀਫੈਸਟੋ 'ਚ ਸੀਗਾ ਇਹਨਾਂ ਦੇ, ਲੇਕਿਨ ਉਹ ਕਿੱਥੇ ਗਿਆ? ਜਦੋਂ ਕੁਛ ਲੋਕਾਂ ਨੇ ਪੁੱਛਿਆ, ਕਹਿੰਦੇ ਇਸ ਤਾਂ ਸੈਂਟਰ ਨੂੰ ਭੇਜਤਾ। ਹੁਣ ਸਵਾਲ ਇਹ ਹੈ ਕਿ ਤੁਸੀਂ ਬਾਰਡਰ 'ਤੇ ਕਿਸਾਨ ਸ਼ਹੀਦ ਹੋ ਰਿਹਾ ਹੈ, ਜੋ ਜਿਸ ਤਰ੍ਹਾਂ ਵੀ ਹੋ ਰਿਹਾ, ਉਹਨੂੰ ਤੁਸੀਂ ਖੁਦ ਕੰਪਨਸੇਸ਼ਨ ਦੇ ਰਹੇ ਹੋ, ਰਾਈਟ?
ਹੋਰ ਵੀ ਕੋਈ ਇਨਸੀਡੈਂਟ ਹੁੰਦਾ ਤੁਸੀਂ ਆਪ ਕੰਪਨਸੇਸ਼ਨ ਦਿੰਦੇ ਹੋ, ਵੀ ਕਿਸੇ ਨੂੰ ਗਨ ਡਾਊਨ ਹੋ ਗਿਆ ਕੋਈ, ਤੁਸੀਂ ਆਪ ਕੰਪਨਸੇਸ਼ਨ ਦੇ ਰਹੇ ਹੋ। ਫਿਰ ਹਿੰਦੂਆਂ ਨੂੰ ਕੰਪਨਸੇਸ਼ਨ ਦੇਣ ਲਈ ਤੁਸੀਂ ਦਿੱਲੀ ਕਿਉਂ ਭੇਜਿਆ? ਪੰਜਾਬ ਗਵਰਨਮੈਂਟ ਨੇ ਉਹ ਡਿਸੀਜਨ ਲੈ ਕੇ ਦਿੱਲੀ ਕਿਉਂ ਭੇਜਿਆ? ਖੁਦ ਵੀ ਤਾਂ ਕਰ ਸਕਦੇ ਸੀ ਨਾ, ਬਾਕੀਆਂ ਨੂੰ ਦੇ ਸਕਦੇ ਸੀ। ਨਾ ਤਾਂ ਉਹਨਾਂ ਦੀ ਵਿਡੋਜ਼ ਨੂੰ ਪੈਨਸ਼ਨ, ਸਟੇਟ ਗਵਰਨਮੈਂਟ ਅਥਾਰਟੀ ਹੈ ਸਟੇਟ ਗਵਰਨਮੈਂਟ ਨੇ ਉਹ ਪੈਕੇਜ 781 ਕਰੋੜ ਦਾ ਅਨਾਉਂਸ ਕੀਤਾ, ਫਿਰ ਕਿਉਂ ਉਸ ਤੋਂ ਬਾਅਦ ਸਿਰਫ ਉਹਦੇ ਤੇ ਪੋਲੀਟਿਕਸ ਕੀਤੀ ਤੁਸੀਂ? ਆਤੰਕਵਾਦ ਖਤਮ ਹੋਣ ਤੋਂ ਬਾਅਦ ਅਕਾਲੀ ਗਵਰਨਮੈਂਟ ਆ ਗਈ ਸੀ। ਸਭ ਨੂੰ ਪਤਾ ਹੈ ਕਿ ਅਕਾਲੀ ਜਿਹੜੇ ਸੀਗੇ ਉਹ ਖਾਲਿਸਤਾਨੀਆਂ ਨਾਲ ਕਿਸ ਤਰ੍ਹਾਂ ਮਿਲ ਕੇ ਚੱਲ ਰਹੇ ਸੀ, ਐਵਰੀਬਡੀ ਨੋਸ ਇਟ, ਠੀਕ ਹੈ। ਜਿੱਦਾਂ ਹੀ ਆਏ, ਜੋ ਮੈਨੂੰ ਰਿਕਾਰਡ ਮਿਲਿਆ, ਜੋ ਮੈਨੂੰ ਦੱਸਿਆ ਗਿਆ, ਅਤੇ ਕੁਛ ਪੁਰਾਣੇ ਮੈਂ ਪੁਲਿਸ ਵਾਲਿਆਂ ਨਾਲ ਵੀ ਮਿਲੀ। ਮੈਂ ਹੁਣ ਜਦੋਂ ਬੁੱਕ ਲਾਂਚ ਕੀਤੀ ਤਾਂ ਇੱਕ ਰਿਟਾਇਰਡ SSP, ਹੀ ਇਜ਼ ਅਰਾਊਂਡ 90 ਈਅਰਸ ਓਲਡ, ਉਹਨਾਂ ਨੂੰ ਮੈਂ ਬੁਲਾਇਆ ਸੀਗਾ ਅਤੇ ਉਹਨਾਂ ਨੇ ਉਹ ਕੀਤਾ ਸੀਗਾ ਬਲੈਕ ਥੰਡਰ, ਆਪਰੇਸ਼ਨ ਬਲੈਕ ਥੰਡਰ, ਜੋ ਲੀਡ ਕਰ ਰਹੇ ਸੀਗੇ। ਅਤੇ ਉਹਨਾਂ ਨਾਲ ਵੀ ਬੜੀ ਗੱਲ, ਮਤਲਬ ਕਾਫੀ ਡਿਸਕਸ਼ਨ ਹੋਈ। ਅਤੇ ਜਿਸ ਵੇਲੇ ਅਕਾਲੀ ਆਈ ਗਵਰਨਮੈਂਟ ਆਈ ਨਾ ਵਾਪਸ, ਸੀਤਾਰਾਮਨ ਦੀ ਗੱਲ ਕਰ ਰਹੇ ਹੋ? ਜਿਸ ਵੇਲੇ ਅਕਾਲੀ ਗਵਰਨਮੈਂਟ ਆਈ ਹੈ, ਉਸ ਤੋਂ ਬਾਅਦ ਪਾਵਰ 'ਚ ਆਇਆ, ਅਤੇ ਇਹਨਾਂ ਨੇ 350 ਪੁਲਿਸ ਵਾਲਿਆਂ ਦੇ ਖਿਲਾਫ ਕੇਸ ਰਜਿਸਟਰ ਕੀਤੇ। ਉਹ ਜਿਹੜੇ ਵਿਚਾਰੇ ਲੋਕਾਂ ਨੂੰ ਬਚਾਉਣ ਲਈ ਟੈਰਰਿਸਟਾਂ ਨਾਲ ਲੜਦੇ ਰਹੇ ਹੈ, ਉਹ ਅੱਜ ਵੀ ਕੁਛ ਮਰ ਗਏ, ਕੁਛ ਹੈਗੇ ਹੈ। ਮੈਂ ਇੱਕ ਨੂੰ ਮਿਲ ਕੇ ਆਈ ਸੀਗੀ, ਉਹਨਾਂ ਨੇ KPS ਗਿੱਲ ਨਾਲ 181 ਐਨਕਾਊਂਟਰ ਦਾ ਉਹ ਪਾਰਟ ਸੀਗੇ, ਅਤੇ ਹੀ ਵਾਜ਼ ਐਨ ਇੰਸਪੈਕਟਰ, ਉਹਨੂੰ ਹਵਲਦਾਰ ਬਣਾ ਕੇ ਰਿਟਾਇਰ ਕੀਤਾ। ਉਹ ਅੱਜ ਵੀ ਸੁਪਰੀਮ ਕੋਰਟ 'ਚ ਕੇਸ ਭੁਗਤ ਰਿਹਾ, ਔਰ ਰਿਟਾਇਰ ਹੋਏ ਕਿੰਨੇ ਸਾਲ ਹੋ ਗਏ। ਇਸ ਤਰ੍ਹਾਂ ਦੇ ਅਰਾਊਂਡ 350 ਕੇਸਿਸ ਹੈ। ਹੁਣ ਜਿਹੜੇ ਤਾਂ CBI ਦੇ ਕੇਸਿਸ ਹੈਗੇ, ਉਹਨਾਂ 'ਚ ਕੁਛ ਨਾਭਾ ਜੇਲ੍ਹ 'ਚ ਹੈ, ਕੁਛ ਕਿਤੇ ਹੈ, ਉਹਨਾਂ ਦੀ ਤਾਂ ਦੇਰ ਵੈਰੀ ਫਿਊ, ਉਹਨਾਂ ਦੀ ਤਾਂ ਜਿਹੜੇ ਕੋਰਟ ਕੇਸਿਸ ਦਾ ਗਵਰਨਮੈਂਟ ਦੇ ਰਹੀ ਹੈ। ਲੇਕਿਨ ਜਿਨ੍ਹਾਂ ਨੂੰ ਕੋਈ ਇੰਡੀਵਿਜੂਅਲ ਕੇਸਿਸ ਹੈ, ਕੁਛ ਸੁਪਰੀਮ ਕੋਰਟਸ, ਹਾਈ ਕੋਰਟਸ, ਡਿਫਰੈਂਟ ਕੋਰਟਸ, ਉਹ ਰਿਟਾਇਰ ਹੋ ਕੇ ਵੀ ਵਿਚਾਰੇ ਆਪਣੀ ਜੇਬਾਂ 'ਚੋਂ ਮੁਕੱਦਮੇ ਲੜ ਰਹੇ। ਕੌਣ ਪੁੱਛ ਰਿਹਾ ਹੈ? ਲੈਟ ਦੇਅਰ ਬੀ ਅ ਵਨ ਟਾਈਮ ਸਕੀਮ। ਕੀ ਲੱਗਦਾ ਕਿਉਂ ਨਹੀਂ ਸੋਚ ਰਹੀਆਂ ਸਰਕਾਰਾਂ? ਦਾਅਵੇ ਵੀ ਕਰ ਦਿੰਦੀਆਂ, ਗੱਲ ਮਿਲਾ ਕੇ ਸਾਡੇ ਪੋਲੀਟੀਕਲ ਸਿਸਟਮ ਤੇ ਹੀ ਗੱਲ ਆਉਂਦੀ ਹੈ, ਕਿਉਂ ਨਹੀਂ ਸੋਚ ਰਿਹਾ ਕੋਈ? ਮੈਂ ਤੁਹਾਨੂੰ ਦੱਸ ਰਹੀ ਨਾ, ਅਪੀਜ਼ਮੈਂਟ, ਜਿਹੜੀ ਅਪੀਜ਼ਮੈਂਟ ਦੀ ਪੋਲੀਟਿਕਸ ਹੈਗੀ ਹੈ, ਉਹ ਇਸ ਤਰ੍ਹਾਂ ਦੀ ਨਾਇਨਸਾਫੀਆਂ ਕਰਾਂਦੀ ਹੈ। ਜੇ ਮੈਂ ਨਹੀਂ ਕਹਿ ਰਹੀ ਕਿ ਜੇ ਸਿੱਖਾਂ ਨੂੰ ਮਿਲਿਆ ਉਹ ਗਲਤ ਹੈ, ਪਰ ਜੋ ਉਹਨਾਂ ਨੂੰ ਮਿਲਿਆ ਉਹ ਹਿੰਦੂਆਂ ਨੂੰ ਕਿਉਂ ਨਹੀਂ ਮਿਲਿਆ? ਸਵਾਲ ਸਿਰਫ ਇੰਨਾ ਹੈ। ਦੁੱਖ ਇੱਕ ਬਰਾਬਰ ਹੈ, ਦੁੱਖ ਇੱਕ ਬਰਾਬਰ ਹੈ। ਜਿਹਦਾ ਮਰਜ਼ੀ ਤੁਸੀਂ ਇਸ ਵੇਲੇ ਗੱਲ ਕਰੋ, ਦੁੱਖ ਇੱਕ ਬਰਾਬਰ। ਜਿਹਦਾ ਬੱਚਾ ਮਰਿਆ, ਜਾਂ ਜਿਹਦਾ ਫਾਦਰ ਮਰਿਆ, ਜਾਂ ਜਿਹਦੇ ਘਰ ਦੀ ਲੇਡੀ ਨੇ ਸੁਸਾਈਡ ਕੀਤਾ ਜਾਂ ਗਾਇਬ ਹੋਈ, ਯੂ ਡੋਂਟ ਨੋ ਕੀ ਹੋਇਆ, ਉਹਨਾਂ ਦਾ ਸਭ ਦਾ ਦੁੱਖ ਬਰਾਬਰ ਹੈ। ਪਰ ਤੁਸੀਂ ਤਾਂ ਦੁੱਖ ਵੀ ਵੰਡਤਾ ਨਾ, ਤੁਸੀਂ ਦੁਖੀ ਇਨਸਾਨ ਵੀ ਵੰਡਦੇ ਨਾ। ਜੇ ਇੱਕ ਭਰਾ ਨੂੰ ਮਿਲਿਆ, ਫਿਰ ਦੂਜੇ ਨੂੰ ਕਿਉਂ ਨਹੀਂ ਮਿਲਿਆ? ਆਤੰਕਵਾਦ ਦੀ ਸਭ ਤੋਂ ਬੜਾ ਜਿਹੜਾ ਡਰਾਬੈਕ ਸੀ, ਜਿਹੜੇ ਸਾਡੇ ਹਿਸਟੋਰੀਕਲ ਹਿੰਦੂ ਸਿੱਖ ਰਿਲੇਸ਼ਨ ਸੀਗੇ, ਉਹਦੇ 'ਚ ਡਿਫਰੈਂਸਿਸ ਆਈਆਂ, ਉਹ ਅੱਜ ਤੱਕ ਵੀ ਹੈ। ਹੁਣ ਉਹ ਇਨ ਚੀਜ਼ਾਂ ਨਾਲ ਡਿਫਰੈਂਸਿਸ ਬਣਦੇ ਜਾ ਰਹੇ। ਅੱਛਾ, ਕੀ ਲੱਗਦਾ ਹੁਣ ਜਿਹੜੇ ਇਲੈਕਸ਼ਨ ਪੰਜਾਬ ਦੇ ਆਉਣ ਵਾਲੇ ਆ 2022 ਦੇ, ਹਰ ਇੱਕ ਪਾਰਟੀ ਦਾਅਵਾ ਕਰ ਰਹੀ ਹੈ ਹਿੰਦੂ ਚਿਹਰਾ CM, ਹਿੰਦੂ ਚਿਹਰਾ ਡਿਪਟੀ CM, ਕੋਈ ਆਸ ਲੱਗਦੀ ਹੈ ਇਨਸਾਫ ਮਿਲਣ ਦੀ, ਜਾਂ ਕੁਛ ਹੋ ਪਾਏਗਾ, ਜਾਂ ਇਹ ਵੀ ਕੋਈ ਸਿਆਸੀ ਡਰਾਮੇਬਾਜ਼ੀ ਲੱਗ ਰਹੀ ਹੈ? ਮੈਨੂੰ ਤਾਂ ਸਿਆਸੀ, ਹੁਣ 30 ਸਾਲ ਹੋ ਗਏ, ਜੇ ਕਿਸੇ ਦੀ ਕੋਈ ਨੀਅਤ ਸਾਫ਼ ਹੁੰਦੀ ਤਾਂ ਫਿਰ ਉਹ ਵਿਚਾਰੇ ਇਨਸਾਫ ਲਈ 30 ਸਾਲ ਰੋਂਦੇ ਥੋੜ੍ਹੀ ਰਹਿੰਦੇ। ਮੈਂ ਪੁੱਛਿਆ ਉਹਨਾਂ ਨੂੰ ਕਿ ਤੁਸੀਂ ਆਪਣੀ ਆਵਾਜ਼ ਉਠਾਓ, ਉਹ ਕਹਿੰਦੇ ਜੀ ਅਸੀਂ ਜ਼ਿੰਦਗੀ ਦੇ ਟੁਕੜੇ ਸਮੇਟਦੇ, ਬੱਚੇ ਸਾਡੇ ਮਰੇ ਸੀ, ਅਸੀਂ ਜ਼ਮੀਨਾਂ ਜਾਇਦਾਦਾਂ ਅਸੀਂ ਖੋਈਆਂ, ਅਸੀਂ ਤਾਂ ਦੁਬਾਰਾ ਤੋਂ ਜ਼ਿੰਦਗੀ ਆਪਣੀ ਸਮੇਟ ਰਹੇ ਸੀ, ਅਸੀਂ अब ਤਾਂ ਆਵਾਜ਼ ਉਠਾਉਣ ਜੋਗੇ ਹੀ ਨਹੀਂ ਬੱਚੇ ਸੀਗੇ। ਅਸੀਂ ਆਪਣੀ ਜ਼ਿੰਦਗੀ ਸਮੇਟਦੇ, ਆਪਣੇ ਦੁਬਾਰਾ ਤੋਂ ਠਿਕਾਣੇ ਬਣਾਉਂਦੇ, ਆਪਣੇ ਬੱਚਿਆਂ ਦਾ ਦੁੱਖ ਵੰਡਦੇ, ਅਤੇ ਜਾਂ ਅਸੀਂ ਸ਼ੋਰ ਪਾ ਲੈਂਦੇ। ਉਹ ਅਸੀਂ ਨਹੀਂ ਕਰ ਪਾਏ, ਕਿਉਂਕਿ ਸਾਨੂੰ ਤਾਂ ਇੰਨੀ ਜ਼ਿੰਦਗੀ ਬਿਖਰ ਗਈ ਸੀਗੀ ਸਾਡੀ, ਕਿ ਅਸੀਂ ਕਰਦੇ ਕੀ, ਜ਼ਿੰਦਗੀ ਸਮੇਟਦੇ ਜਾਂ ਆਪਣੀ ਇਨਸਾਫ ਮੰਗਦੇ। ਇਸ ਲਈ ਚੁੱਪ ਕਰਕੇ ਸਹਿ ਗਏ। ਹਲੇ ਵੀ ਸਹਿ ਰਹੇ ਹੈ, ਹਲੇ ਵੀ ਉਹ ਲੋਕ ਮਤਲਬ ਰੋਂਦੇ ਹੈ, ਲੇਕਿਨ ਸਹਿ ਰਹੇ ਹੈ। ਕੀ ਕਰਨ? ਵਾਪਸ ਆਉਣ ਨੂੰ ਹਲੇ ਵੀ ਦੇਖਦੇ ਆ। ਬਿਲਕੁਲ, ਦੇ ਵਾਂਟ ਕਿ ਕੋਈ ਪੰਜਾਬ ਗਵਰਨਮੈਂਟ ਜਾਂ ਕੋਈ ਵੀ ਗਵਰਨਮੈਂਟ, ਹੁਣ ਜਿੱਦਾਂ ਕਸ਼ਮੀਰੀ ਹਿੰਦੂਜ਼ ਦੀ ਗੱਲ ਹੁੰਦੀ ਹੈ ਵੀ ਉਹਨਾਂ ਨੂੰ ਵਾਪਸ ਲਿਆ ਜਾਏਗਾ, ਉਹਨਾਂ ਲਈ ਸਕੀਮਸ ਆ ਰਹੀਆਂ, ਉਹਨਾਂ ਦੀ ਹਾਊਸਿੰਗ ਸਕੀਮਸ ਬਣ ਰਹੀਆਂ, ਪੰਜਾਬ 'ਚ ਵੀ ਬਣਨ, ਕਿਉਂ ਨਹੀਂ ਬਣਨ? ਹੁਣ ਦਿੱਲੀ ਮੈਂ ਜਦੋਂ ਪੀਰਾਗੜੀ ਗਈ ਮਿਲਣ, ਉੱਥੇ ਇੱਕ DDA ਦੀ ਸਕੀਮ ਆਈ ਸੀ। ਉਹਦੇ ਸਭ ਤੋਂ ਬੜੀ ਇੱਕ ਚੀਜ਼ ਹੋਰ ਦੇਖੋ, 2005 'ਚ ਪਾਰਲੀਮੈਂਟ 'ਚ ਸਿੱਖ ਦੰਗਿਆਂ ਦੇ ਜਿਹੜੇ ਇਫੈਕਟਡ ਸੀ, ਉਹਨਾਂ ਲਈ ਪੈਕੇਜ ਅਨਾਊਂਸ ਹੋਇਆ ਸੀਗਾ। ਉਸ ਵੇਲੇ ਜਿਹੜੇ ਪੰਜਾਬ ਦੇ ਟੈਰਰਿਸਟ ਵਿਕਟਿਮ ਸੀ, ਉਹਨਾਂ ਨੂੰ ਕਿਉਂ ਨਹੀਂ ਸ਼ਾਮਿਲ ਕੀਤਾ ਗਿਆ ਉਹਦੇ 'ਚ? ਚਾਹੇ ਉਹ ਸਿੱਖ ਸੀ, ਚਾਹੇ ਉਹ ਹਿੰਦੂ ਸੀ। ਉਸ ਪੈਕੇਜ 'ਚ ਪੰਜਾਬ ਦੇ ਲੋਕਾਂ ਨੂੰ ਕਿਉਂ ਨਹੀਂ ਸ਼ਾਮਿਲ ਕੀਤਾ ਗਿਆ? ਜਦਕਿ ਪੰਜਾਬ ਸਭ ਤੋਂ ਵੱਡਾ ਕੇਂਦਰ ਰਿਹਾ। ਬਿਲਕੁਲ, ਪੰਜਾਬ ਨੇ ਤਾਂ ਬਹੁਤ ਭੁਗਤਿਆ। 47 ਪਾਰਟੀਸ਼ਨ ਹੋਇਆ ਤਾਂ ਪੰਜਾਬ ਨੇ ਭੁਗਤਿਆ। ਇਹ ਟੈਰਰਿਜ਼ਮ ਪੰਜਾਬ 'ਚ ਰਿਹਾ 10-12 ਸਾਲ। ਹਲੇ ਵੀ ਵਿੱਚ ਤੁਸੀਂ ਘਟਨਾਵਾਂ ਕਿਤੇ ਕਿਤੇ ਆਵਾਜ਼ਾਂ ਫਿਰ ਉੱਠਦੀਆਂ, ਖਾਲਿਸਤਾਨ ਜ਼ਿੰਦਾਬਾਦ, ਜਾਂ ਇੰਟੀਰੀਅਰ 'ਚ ਚਲੇ ਜਾਓ ਤਾਂ ਭਿੰਡਰਾ ਵਾਲੇ ਦੀ ਟੀ-ਸ਼ਰਟਸ ਵਿਕਦੀਆਂ, ਲੋਕ ਉਹਨੂੰ ਸੰਤ ਮੰਨ ਕੇ। ਹਲੇ ਵੀ ਜੜ੍ਹਾਂ ਤਾਂ ਹੈਗੀਆਂ,
ਇਹ ਠੀਕ ਹੈ ਕਿ ਹੁਣ ਜਿਹੜਾ ਕਾਮਨ ਆਦਮੀ ਹੈ ਉਹ ਇਹਨਾਂ ਦੀ ਸਪੋਰਟ ਨਹੀਂ ਕਰੇਗਾ। ਅੱਛਾ, ਤੁਸੀਂ ਪਿੰਡਰਾਂ ਵਾਲਿਆਂ ਨੂੰ ਮਿਲੇ ਹੋਏ, ਉਹਨਾਂ ਦੇ ਪਰਿਵਾਰ ਨੂੰ ਮਿਲੇ ਹੋ, ਸੌਰੀ, ਪਿੰਡਰਾਂ ਵਾਲੇ ਦੇ ਪਰਿਵਾਰ ਨੂੰ ਤੁਸੀਂ ਮਿਲੇ ਹੈਗੇ ਹੋ, ਉਹਨਾਂ ਦੀ ਜਿਹੜੀ ਆਈਡੀਓਲੋਜੀ ਸੀ, ਕਿਉਂਕਿ ਤੁਸੀਂ ਹਿੰਦੂ ਫੈਮਲੀਆਂ ਨੂੰ ਵੀ ਮਿਲੇ ਹੋ, ਉਹਨਾਂ ਦੀ ਆਈਡੀਓਲੋਜੀ ਦਾ ਨਕਸ਼ਾ ਵਿਗੜ ਕੇ ਜਾਂ ਵਿਗਾੜ ਕੇ ਕੁਝ ਸ਼ਰਾਰਤੀ ਤੱਤਵਾਂ ਨੇ ਅੱਤਵਾਦ ਬਣਾਤਿਆ? ਮੈਂ ਨਹੀਂ ਕਹਿ ਰਹੀ ਕਿ ਅਗਰ ਤੁਸੀਂ ਹੁਣ ਪਿੰਡਰਾਂ ਵਾਲੇ ਦੀ ਜਾਂ ਉਹਨਾਂ ਦੇ ਜਿਹੜੇ ਕਲੋਜ਼ ਕੰਟੈਕਟ ਸੀਗੇ ਜਾਂ ਜੇ ਤੁਸੀਂ ਜਿਹੜੀਆਂ ਵੀਡੀਓਜ਼ ਅਵੇਲੇਬਲ ਆ ਉਹ ਸੁਣੋ ਤਾਂ ਉਹਦੀ ਆਈਡੀਓਲੋਜੀ ਨੂੰ ਕੋਈ ਵੀ ਸਹੀ ਨਹੀਂ ਕਹਿ ਸਕਦਾ। ਠੀਕ, ਉਹਦੀ ਆਈਡੀਓਲੋਜੀ ਸੀ ਕਿ ਸਿਕਸ ਸਟੇਟ ਦਾ ਬੰਦੀ 'ਚ ਤੁਸੀਂ ਹਿੰਦੂਆਂ ਨੂੰ ਉੱਥੋਂ ਦੌੜਾ ਦਿੰਦੇ। ਦੇ ਵਰ ਦ ਸੈਕਿੰਡ ਲਾਰਜੈਸਟ ਕਮਿਊਨਿਟੀਜ਼ ਹਿੰਦੂ ਸੀ ਨਾ ਉੱਥੇ। ਹੁਣ ਵੀ 38% ਜੇ 2011 ਦੀ ਸੈਂਸਸ ਲਈ ਜਾਏ ਤਾਂ 38% ਹਿੰਦੂ ਹੈ। ਅੱਤਵਾਦ ਦੇ ਦੌਰਾਨ 31% ਰਹਿ ਗਿਆ ਸੀ, ਕਿੱਥੇ ਗਏ? ਛੱਡ ਗਏ ਨਾ, ਜਾਂ ਆ ਗਏ ਕੁਛ ਆ ਗਏ। ਹੁਣ ਨਵੀਂ ਜਨਰੇਸ਼ਨਸ ਵੀ ਆ ਗਈ, 30 ਸਾਲ 'ਚ ਹੋਰ ਵੀ ਆ ਜਾਂਦੇ। 38% ਜੋ 2011 ਦੀ ਸੈਂਸਸ ਹੈ, ਘੱਟ ਤਾਂ ਨਹੀਂ ਹੈਗੀ। ਲੇਕਿਨ ਉਹ ਜਿਹੜੀ ਆਈਡੀਓਲੋਜੀ ਸੀ, ਜਦੋਂ 84 'ਚ ਬਲੂ ਸਟਾਰ ਹੋਇਆ, ਭਿੰਡਰਾਂਵਾਲਾ ਮਾਰਿਆ ਗਿਆ, ਉਸ ਤੋਂ ਬਾਅਦ ਜਿਹੜੇ ਉਹਦੇ ਖਾਸ ਸਪੋਰਟਰ ਸੀ ਉਹਨਾਂ ਨੇ ਆਪਣੀ ਆਰਗੇਨਾਈਜੇਸ਼ਨਸ ਬਣਾਈਆਂ, 3-4 ਜਿਹੜੀ ਵਧਾਵਾ ਵਗੈਰਾ ਸਭ ਨੇ ਬਣਾਈਆਂ। ਇਹ ਸਭ ਨੂੰ ਪਤਾ ਹੈ ਹਿਸਟਰੀ। ਉਸ ਤੋਂ ਬਾਅਦ ਜਿਹੜਾ ਹਿੰਦੂਆਂ ਦਾ ਮਾਰਕਾਟ ਸ਼ੁਰੂ ਹੋਇਆ ਉਹ ਤੁਹਾਨੂੰ ਪਤਾ ਹੈ ਸਭ ਨੂੰ। 84 ਤੋਂ ਪਹਿਲੇ ਸ਼ੁਰੂ ਤਾਂ 82 'ਚ ਹੀ ਹੋ ਗਿਆ ਸੀ। 78 'ਚ ਤੁਸੀਂ ਨਿਰੰਕਾਰੀ ਬਾਬਾ ਨੂੰ ਮਾਰਿਆ, ਉਸ ਤੋਂ ਬਾਅਦ ਤਾਂ ਸ਼ੁਰੂ ਹੀ ਹੋ ਗਿਆ ਸੀ ਹੌਲੀ ਹੌਲੀ। ਕੀ ਕਹਿ ਸਕਦੇ ਹੋ, ਇਹ ਇੱਕ ਦੇਸ਼ 'ਚ ਕਹਿ ਲਓ ਜਾਂ ਸੂਬੇ 'ਚ ਕਹਿ ਲਓ, ਅਮਨ ਕਾਨੂੰਨ ਦੇ ਹਾਲਾਤ ਖਰਾਬ ਕਰਨਾ ਸੀ? ਮਾਸ ਜੈਨੋਸਾਈਡ ਉਹਨਾਂ ਦਾ ਟਾਰਗੇਟ ਸੀ ਕਿ ਹਿੰਦੂ ਟਾਰਗੇਟ ਸੀ? ਹਿੰਦੂਆਂ ਦੀ ਜੈਨੋਸਾਈਡ ਵਾਸ ਦਾ ਟਾਰਗੇਟ। ਮਾਸ ਜੈਨੋਸਾਈਡ ਨਹੀਂ ਸੀ, ਹਿੰਦੂ ਜੈਨੋਸਾਈਡ। ਉਹ ਤਾਂ ਤੁਹਾਨੂੰ ਪਤਾ ਹੀ, ਬੱਸਾਂ 'ਚੋਂ ਵੀ ਨਿਕਾਲੇ ਜਾਂਦੇ ਸੀ ਤਾਂ ਹਿੰਦੂ ਅਲੱਗ ਕਰਕੇ ਮਾਰੇ ਜਾਂਦੇ ਸੀ। ਬੰਬ ਬਲਾਸਟ ਕਿੱਥੇ ਹੁੰਦੇ ਸੀ? ਹੁਣ ਪਟਿਆਲਾ 'ਚ ਸ਼ਿਵ ਮੰਦਿਰ ਦੇ ਬਾਹਰ ਸੋਮਵਾਰ ਨੂੰ ਬਲਾਸਟ ਹੋਇਆ। ਸੋਮਵਾਰ ਨੂੰ ਸ਼ਿਵ ਮੰਦਿਰ 'ਚ ਭੀੜ ਹੁੰਦੀ ਹੈ, ਉੱਥੇ ਛੋਟੇ ਛੋਟੇ ਬੱਚੇ ਉਸ ਵੇਲੇ ਛਬੀਲ ਲਾ ਕੇ ਬੈਠੇ ਸੀ। ਉੱਥੇ ਬਲਾਸਟ ਕਰਨ ਦਾ ਕੀ ਮਤਲਬ ਸੀ? ਮੰਦਿਰਾਂ 'ਚ ਤੁਸੀਂ ਬਲਾਸਟ ਕੀਤੇ, ਜਿੱਥੇ ਜਿੱਥੇ ਹਿੰਦੂਆਂ ਦੀ ਬਿਜ਼ਨਸ ਸੈਂਟਰ ਸੀਗੇ ਉੱਥੇ ਬਲਾਸਟ ਹੋਏ। ਮਤਲਬ ਇਸ ਤਰ੍ਹਾਂ ਦੀ ਘਟਨਾ। ਹੁਣ ਟ੍ਰੇਨਾਂ 'ਚ ਨਿਕਾਲ ਕੇ ਤੁਸੀਂ ਹਿੰਦੂ ਮਾਰੇ, ਬੱਸਾਂ 'ਚ ਮਾਰੋ, ਮਤਲਬ ਟਾਰਗੇਟ ਕਿਲਿੰਗ ਸੀਗੀ ਨਾ। ਇਟ ਵਾਜ਼ ਅ ਟਾਰਗੇਟ ਕਿਲਿੰਗ। ਟਾਰਗੇਟ ਕਿਲਿੰਗ ਕਿਉਂ ਸੀ? ਕਿ 6 ਸਟੇਟ ਬਣੇ, ਟਾਰਗੇਟ ਕਿਲਿੰਗ ਸੀਗੀ ਨਾ। ਲੇਕਿਨ ਉਹ ਹੁਣ ਅਗਰ ਅਸੀਂ ਬੈਕਗਰਾਊਂਡ 'ਚ ਜਾਈਏ ਤਾਂ ਭਿੰਡਰਾਂਵਾਲਾ ਕਿੱਥੋਂ ਆਇਆ? ਹੂ ਸਪੋਰਟਡ ਹਿਮ? ਮੈਨੂੰ ਇੱਕ ਰਿਟਾਇਰਡ ਪੁਲਿਸ ਵਾਲੇ ਨੇ ਇੱਕ ਫੋਟੋ ਦਿੱਤੀ ਸੀ, ਮੈਂ ਆਪਣੀ ਬੁੱਕ 'ਚ ਵੀ ਕੈਰੀ ਕੀਤੀ ਹੈ। ਭਿੰਡਰਾਂਵਾਲਾ ਭਾਸ਼ਣ ਦੇ ਰਿਹਾ, ਉਹਦੇ ਚਰਨਾਂ 'ਚ ਗਿਆਨੀ ਜੈਲ ਸਿੰਘ, ਲੌਂਗੋਵਾਲ, ਟੋਰਾ ਜੀ ਬੈਠੇ ਹੈ। ਉਹ ਲੋਕ ਸਾਰੇ ਦੇ ਸਾਰੇ ਪੰਜਾਬ ਦਾ ਭਵਿੱਖ ਤੈਅ ਕਰ ਰਹੇ ਸੀਗੇ। ਕੀ ਭਵਿੱਖ ਤੈਅ ਕਰ ਰਹੇ ਸੀ? ਉਹ ਸਭ ਨੇ ਦੇਖਿਆ, 10-12 ਸਾਲ ਦੇਖਿਆ, ਸਭ ਨੇ ਦੇਖਿਆ। ਕਿਉਂ ਭਿੰਡਰਾਂਵਾਲੇ ਨੂੰ ਕੌਣ ਲਿਆਇਆ? ਦੇਖਿਆ ਉਹ ਚੱਲ ਵੀ ਰਿਹਾ, ਸਫ਼ਰ ਵੀ। ਬਿਲਕੁਲ। ਭਿੰਡਰਾਂਵਾਲੇ ਨੂੰ ਕਿਉਂ ਖੜਾ ਕੀਤਾ ਗਿਆ? ਇਟਸ ਅ ਹਿਸਟਰੀ। ਆਪਾਂ ਜਾਵਾਂਗੇ ਤਾਂ ਫਿਰ ਬਹੁਤ ਲੰਬੀ ਬਾਤਚੀਤ ਹੋਣੀ। ਸਭ ਨੂੰ ਕੌਣ ਲਿਆਇਆ, ਕਿਹਦੀ ਸ਼ੈ ਸੀ, ਕਿਹਦੀ ਉਹ ਕਨਵੈਂਸਿੰਗ ਕਰਦਾ ਰਿਹਾ, ਕਿਹਨੂੰ ਨਹੀਂ ਪਤਾ। ਐਵਰੀਬਡੀ ਨੋਜ਼। ਉਸ ਤੋਂ ਬਾਅਦ ਉਹ ਕਿਉਂ ਵਿਗੜਿਆ? ਕਿਉਂਕਿ ਉਹਨੂੰ ਫੋਰਨ ਏਡ ਆਉਣੀ ਸ਼ੁਰੂ ਹੋ ਗਈ ਸੀ। ਪਾਕਿਸਤਾਨ ਤੋਂ ਏਡ ਆ ਰਹੀ ਹੈ ਜਾਂ ਹੋਰ ਬਾਕੀ ਕੰਟਰੀਜ਼ 'ਚ। ਸਾਡਾ ਮੁੱਦਾ ਰੈੱਡ ਕਾਰਡ ਹੈਗਾ। ਹਾਂ, ਸਾਡਾ ਮੁੱਦਾ ਜੀ। ਅੱਛਾ, ਆਲ ਇਨ ਦ ਬੈਕਗ੍ਰਾਉਂਡ। ਅੱਛਾ, ਮੇਰੇ ਇਹ ਆ ਰਿਹਾ ਵੀ ਭਾਜਪਾ ਨੇ ਜਦੋਂ ਪੈਰ ਲੱਗਣੇ ਸ਼ੁਰੂ ਹੋਏ ਦੇਸ਼ 'ਚ ਕਹਿ ਲਓ ਜਾਂ ਹੋਰ ਸੂਬਿਆਂ 'ਚ, ਤਾਂ ਉਹਦੇ ਇੱਕ ਕਿਹਾ ਜਾਂਦਾ ਹਿੰਦੂਤਵ ਦੇ ਫੇਵਰ ਵਾਲੀ ਪਾਰਟੀ ਹੈਗੀ ਹੈ, ਉਹ ਵੀ ਕੁਝ ਨਹੀਂ ਕਰ ਪਾ ਰਹੀ ਇਸ 'ਤੇ। ਸੋ ਜਦੋਂ ਬੀਜੇਪੀ ਨੇ ਪੰਜਾਬ 'ਚ ਅਕਾਲੀਆਂ ਨਾਲ ਗਵਰਨਮੈਂਟ ਬਣਾਈ, ਮੈਂ ਪਹਿਲੇ ਵੀ ਕਿਹਾ ਕਿ ਜਿਹੜੇ ਲੀਡਰਸ ਉਭਰੇ ਇਹ ਅਕਾਲੀ ਛੱਤਰ ਛਾਇਆ 'ਚ ਉਭਰੇ। ਅਕਾਲੀਆਂ ਨੂੰ ਬੀਜੇਪੀ ਸੂਟ ਕਰ ਰਹੀ ਸੀ, ਬੀਜੇਪੀ ਨੂੰ ਅਕਾਲੀ ਸੂਟ ਕਰਦੇ ਸੀ। ਆਵਾਜ਼ ਉਹ ਬਿਲ ਕਿਉਂਕਿ ਡਰਦੇ ਵੀ ਹੈ, ਕਿਉਂਕਿ ਹਲੇ ਵੀ ਡਰ ਤਾਂ ਹੈ ਨਾ। ਜਿਹੜੇ ਹਿੰਦੂ ਦੀ ਆਵਾਜ਼ ਉਠਾਏਗਾ ਉਹ ਡਰਦਾ ਤਾਂ ਜ਼ਰੂਰ ਹੈ ਹਲੇ ਵੀ। ਮਤਲਬ ਮੈਂ ਜੋ ਫੀਲ ਕੀਤਾ, ਹੁਣ ਤੁਹਾਡੇ ਸਾਹਮਣੇ ਅਸੀਂ ਕੁਛ ਲੀਡਰਸ ਦੇ ਨਾਮ ਵੀ ਲਏ ਜਿਹੜੇ ਮਾਰੇ ਗਏ, ਬਿਕੋਜ਼ ਉਹ ਹਿੰਦੂਆਂ ਦੀ ਆਵਾਜ਼ ਉਠਾ ਰਹੇ ਸੀ। ਲੇਕਿਨ ਇਸ ਪੀਰੀਅਡ 'ਚ ਵੀ 10 ਸਾਲ ਅਕਾਲੀਜ਼ ਰੂਲ ਕਰ ਗਏ। ਇਸ ਪੀਰੀਅਡ 'ਚ ਵੀ ਪਾਰਲੀਮੈਂਟ 'ਚ ਵੀ ਅਗਰ ਕਦੀ ਆਵਾਜ਼ ਉੱਠੀ ਹੈ ਤਾਂ ਸਿਰਫ 84 ਦੇ ਦੰਗਿਆਂ ਦੀ ਆਵਾਜ਼ ਉੱਠੀ ਹੈ। ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। SITs ਆ ਗਈਆਂ, ਦਿੱਲੀ ਗਵਰਨਮੈਂਟ ਆਪਣੀ SIT ਬਣਾ ਰਹੀ, ਸਭ ਬਣਾ ਰਹੇ। ਇਹ ਜਿਹੜਾ ਪੰਜਾਬ ਦਾ ਆਤੰਕਵਾਦ ਸੀ, ਇਹਦੇ ਲਈ 9 ਆਯੋਗ ਬਣੇ। ਫਿਰ ਉਹਦੇ ਬਾਅਦ ਹਿਊਮਨ ਰਾਈਟਸ, ਠੀਕ ਹੈ। ਉਸ ਤੋਂ ਬਾਅਦ RTI ਹੈ। RTI 'ਚ ਕਿੰਨੀ ਲੈਟਰਸ ਪਈਆਂ, ਸਵਾਲ ਪੁੱਛਿਆ ਲੋਕਾਂ ਨੇ ਕਿ ਕਿਹਨੂੰ ਰੈੱਡ ਕਾਰਡ ਮਿਲਿਆ, ਕਿਸ ਆਧਾਰ 'ਤੇ ਰੈੱਡ ਕਾਰਡ ਮਿਲਿਆ। ਕੋਈ ਪੰਜਾਬ ਗਵਰਨਮੈਂਟ ਨੇ ਕਦੀ ਜਵਾਬ ਹੀ ਨਹੀਂ ਦਿੱਤਾ ਸੈਟਿਸਫੈਕਟਰੀ। ਮੈਂ ਜਦੋਂ ਦੇਖਣਾ ਸ਼ੁਰੂ ਕੀਤਾ, ਲੋਕਾਂ ਨੇ ਫਿਰ ਕੰਟੈਕਟ ਕੀਤਾ। ਆਈ ਥਿੰਕ ਦੇਰ ਆਰ 300-400 RTIs ਜਿਹਦੇ 'ਚ ਸਵਾਲ ਪੁੱਛੇ ਹੋਏ, ਪੰਜਾਬ ਗਵਰਨਮੈਂਟ ਨੇ ਨਹੀਂ ਜਵਾਬ ਦਿੱਤਾ। ਕਿਸੇ ਨੇ ਫਿਰੋਜ਼ਪੁਰ ਤੋਂ ਹੈ, ਮੇਰੇ ਕੰਟੈਕਟ 'ਚ ਵੀ ਹੈਗੇ ਆ ਕੁਛ ਲੋਕ, ਨਹੀਂ ਜਵਾਬ ਦਿੱਤਾ। ਕਿਤਨੇ ਸਾਲ ਹਿਊਮਨ ਰਾਈਟਸ ਨੇ ਕੇਸ ਨਹੀਂ ਰਜਿਸਟਰ ਕੀਤਾ ਜਿਹੜੇ ਹਿੰਦੂ ਆਰਗੇਨਾਈਜੇਸ਼ਨਸ ਦਾ, ਕਿ ਸਾਡੇ ਪ੍ਰੀਵਿਊ 'ਚ ਨਹੀਂ ਆਉਂਦਾ। ਤੁਸੀਂ ਸੂਓ ਮੋਟੋ ਐਕਸ਼ਨ ਲੈ ਰਹੇ ਹੋ ਛੋਟੇ ਛੋਟੇ ਇੰਸੀਡੈਂਟਸ ਦਾ, ਔਰ ਤੁਸੀਂ ਹਿੰਦੂਆਂ ਵਾਲਾ ਨਹੀਂ ਕਰ ਰਹੇ। ਇਹ ਹੁਣ ਲਾਸਟ ਮਈ 'ਚ ਪਹਿਲਾ ਕੇਸ ਰਜਿਸਟਰ ਹੋਇਆ। ਉਸ ਤੋਂ ਬਾਅਦ ਐਮਨੈਸਟੀ ਇੰਟਰਨੈਸ਼ਨਲ ਦੀ ਇੱਕ 43 ਪੇਜ ਦੀ ਰਿਪੋਰਟ ਹੈ।
ਪੰਜਾਬ ਦੇ ਹਿਊਮਨ ਰਾਈਟਸ ਤੇ ਗੱਲ ਕਿਹਦੀ ਕਰਦੇ ਆ? ਜਿਹੜੇ ਅਰੈਸਟ ਹੋਏ, ਜਿਹੜੇ ਮਾਰੇ ਐਨਕਾਊਂਟਰਸ 'ਚ ਮਾਰੇ ਗਏ ਜਾਂ ਗਾਇਬ ਹੋਏ। ਠੀਕ ਹੈ, ਪੁਲਿਸ ਦੀ ਜਾਤੀਆਂ ਹੋਈਆਂ ਉਸ ਵੇਲੇ, ਲੇਕਿਨ ਜਿਹੜੇ ਹਿੰਦੂ ਮਾਰੇ ਗਏ, ਵਿਚਾਰੇ ਯੰਗ ਬੱਚੇ ਮਾਰੇ ਗਏ, ਉਹ ਐਮਨੈਸਟੀ ਇੰਟਰਨੈਸ਼ਨਲ ਦੀ ਰਿਪੋਰਟ 'ਚ ਇੱਕ ਵਰਡ ਨਹੀਂ ਹੈ ਉਹਦੇ ਬਾਰੇ 'ਚ। ਕੀ ਲੱਗਦਾ ਅੱਜ ਤੱਕ ਦਾ ਸਿਨੈਰੀਓ ਦੇਖੀਏ, ਲਾਸਟ ਸਵਾਲ ਹੈਗਾ ਹੈ, ਅੱਜ ਤੱਕ ਇੱਦਾਂ ਹੀ ਇਹ ਸਫ਼ਰ ਕਰਦੇ ਰਹਿਣਗੇ? ਮੈਨੂੰ ਲੱਗਦਾ ਹੈ ਕਿ ਹਿੰਦੂ ਜਿਹੜਾ ਹੈ ਨਾ, ਉਹ ਬੇਸਿਕਲੀ ਬਹੁਤ ਸ਼ਾਂਤ ਹੈ। ਉਹਦੀ ਇੱਕ ਜਿਹੜੀ ਮਾਫ ਕਰਨ ਦੀ ਇੱਕ ਉਹਦੀ ਕਲਚਰ ਹੈ ਨਾ, ਉਹ ਸ਼ਾਇਦ ਉਹਦੀ ਸਭ ਤੋਂ ਬੜੀ ਕਮਜ਼ੋਰੀ ਹੈ। ਸੋ ਗੱਲ ਕਰੀਏ ਆਪਾਂ ਰੈੱਡ ਕਾਰਡ ਦੀ, ਤਾਂ ਰੰਜੂ ਏਰੀ ਉਹਨਾਂ ਨੂੰ ਜਿਹੜਾ ਤਜਰਬਾ ਮਿਲਿਆ ਪੀੜਤ ਪਰਿਵਾਰਾਂ ਨਾਲ ਮਿਲ ਕੇ, ਕੁੱਲ ਮਿਲਾ ਕੇ ਇਹੀ ਕਿਹਾ ਜਾ ਸਕਦਾ ਹੈ ਕਿ ਕਥਾ ਲਮਹੋਂ ਕੀ ਥੀ, ਸਜ਼ਾ ਸदियों को मिली, ਤੇ ਉਹ ਸਜ਼ਾ ਚੱਲ ਵੀ ਰਹੀ ਹੈ। ਸਰਕਾਰਾਂ ਜ਼ਰੂਰ ਉਹ ਗਾਹੇ ਬਗਾਹੇ ਲੀਡਰ ਕਿਤੇ ਗੱਲਾਂ ਕਰ ਦਿੰਦੇ ਹੁਣ, ਦਾਅਵੇ ਕਰ ਦਿੰਦੇ ਹੁਣ, ਪਰ ਧਰਮ ਨਿਰਪੱਖਤਾ ਤਾਂ ਜੇਕਰ ਕੋਈ ਮੁਲਕ ਜਾਂ ਸੂਬਾ ਸਬੂਤ ਦਵੇ, ਦਾਅਵੇ ਕਰੇ, ਤਾਂ ਉਹ ਚੀਜ਼ ਲਾਗੂ ਵੀ ਹੋਣੀ ਚਾਹੀਦੀ ਹੈ। ਹਾਲ ਦੀ ਘੜੀ ਪਿਛਲੇ 3 ਦਹਾਕਿਆਂ 'ਚ ਪੰਜਾਬ 'ਚ ਅਜਿਹਾ ਕੁਝ ਹੁੰਦਾ ਨਜ਼ਰ ਨਹੀਂ ਆ ਰਿਹਾ, ਖਾਸ ਕਰ ਹਿੰਦੂਆਂ ਦੇ ਲਈ, ਜਿਨ੍ਹਾਂ ਦਾ ਇੱਕ ਆਪਾਂ ਕਹੀਏ ਨਰਸੰਹਾਰ ਹੀ ਸੀਗਾ ਅੱਤਵਾਦ ਦੇ ਨਾਮ ਤੇ ਹੋਇਆ। ਸੋ ਰੰਜੂ ਜੀ, ਸਾਡੇ ਸ਼ੋਅ 'ਚ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਜੀ। ਸੋ ਹੁਣ ਦਿਓ ਇਜਾਜ਼ਤ, ਸ਼ੁਕਰੀਆ।